ਲੱਖ ਬੰਦਾ ਇਹਨੂੰ ਤੁਰ ਪਿਆ ਬੈਰੀ ਬੂਰੀ ਗਾਈਡ ਕਿਤੇ ਨਹੀਂ ਜਾਣਾ ਸਿੱਧਾ ਦਿੱਲੀ ਜਾ ਕੇ ਰੁਕਾਂਗਾ। ਇਹ ਜੰਮੂ ਨਾ ਸਮਝੇ ਮੋਦੀ, ਸਿੱਧੀ ਇਹਨੂੰ ਧਮਕੀ ਹੈ। ਆਈਆਂ ਪਾਉਂਦੇ ਹੋ ਪਾਸੇ ਹੋ ਕੇ ਬਹਿ ਜਾਓ ਓਏ, ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ 19 ਵਾਰੀ ਦਿੱਲੀ ਫਤਿਹ ਕਰ। हेलो, मेरी आवाज आ रही जी? हाँ जी, आ रही है जी। अच्छा जी, ਜਿਹੜੇ ਡਾਕੂਆਂ ਦੇ ਉੱਤੇ ਬਹੁਤ ਸੋਹਣੀ ਪੇਸ਼ਕਾਰੀ ਸੀ ਤੇ ਜਿਵੇਂ ਉਹਨੇ ਸੁਨੇਹਾ ਦਿੱਤਾ 1906 ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਸਕੇ ਚਾਚਾ ਜੀ, ਜਿਹੜੇ ਕਿ ਸ਼ਹੀਦਾਂ ਦੇ ਪਰਿਵਾਰ ਚੋਂ ਚਾਚਾ ਅਜੀਤ ਸਿੰਘ ਜੀ ਨੇ ਵੀ ਜਿਹੜਾ ਇੱਕ ਹਲੂਣਾ ਦਿੱਤਾ ਸੀ, ਪਗੜੀ ਸੰਭਾਲ ਜੱਟਾ, ਉਹ ਕੇਵਲ ਜੱਟਾਂ ਨੂੰ ਨਹੀਂ ਸੀ, ਉਹ ਕਿਰਤੀਆਂ ਨੂੰ ਸੀ, ਉਹ ਹਰਕ ਨੂੰ ਸੀ। ਤੇ ਅੱਜ 1906 ਤੋਂ ਬਾਅਦ ਅੱਜ ਦੇਖ ਲਓ, ਅੱਜ 2021 ਹੋ ਗਈ ਹੈ ਤੇ ਅੱਜ ਫਿਰ ਜਗਾਉਣ ਦੀ ਗੱਲ ਕੀਤੀ ਹੈ ਇਸ ਗੀਤ ਦੇ ਵਿੱਚ ਵੀ। ਔਰ ਜਿਹੜਾ ਆਪਾਂ ਕਵੀ ਦਰਬਾਰ ਕਰਨਾ ਇਹਦੇ ਵਿੱਚ ਵੀ ਇੱਕ ਜੋ ਇੱਕ ਸਾਡੇ ਹਿਰਦੇ ਤੱਕ ਪੀੜ ਆ ਔਰ ਜੋ ਸਾਡੇ ਦਿਲਾਂ ਦੀ ਆਵਾਜ਼ ਆ, ਉਹ ਜਿਹੜਾ ਇਹ ਰੰਗ ਆ ਕਵੀ ਦਰਬਾਰ ਦਾ, ਇਹ ਜੋ ਮੁਸ਼ਾਇਰਾ ਹੈ ਅੱਜ ਇਹ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਤੋਂ ਸਭ ਤੋਂ ਪਹਿਲਾਂ ਜੋ ਸਾਡਾ ਜ਼ਰੂਰੀ ਹੈ ਉਹ ਹੈ ਜਿਹੜੇ ਸਾਡੇ ਇਸ ਘੋਲ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਹੀ ਸਾਡੇ 150 ਤੋਂ ਉੱਪਰ ਸਾਡੇ ਬਜ਼ੁਰਗ ਸ਼ਹੀਦ ਹੋ ਗਏ, ਮੋਰਚਿਆਂ ਤੇ ਬੈਠੇ, ਸੜਕ ਹਾਦਸਿਆਂ 'ਚ ਸਾਡੀਆਂ ਮਾਤਾਵਾਂ, ਸਾਡੇ ਨੌਜਵਾਨ ਜਿਨ੍ਹਾਂ ਤੇ ਸਾਨੂੰ ਬੜੀਆਂ ਆਸਾਂ ਨੇ, ਔਰ ਸਾਡੇ ਬੱਚੇ ਜੋ ਸ਼ਹੀਦ ਹੈ ਉਹਨਾਂ ਨੂੰ ਆਪਾਂ ਯਾਦ ਕਰਾਂਗੇ। ਔਰ 1 ਮਿੰਟ ਲਈ ਮੌਨ ਰੱਖਣ ਤੋਂ ਬਾਅਦ ਫਿਰ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਸੋ ਮੌਨ ਰੱਖਦੇ ਹਾਂ ਉਹਨਾਂ ਸ਼ੂਰਬੀਰ ਯੋਧਿਆਂ ਲਈ ਜੋ ਬੇਲਾਗ ਤੇ ਨਿਸ਼ਕਾਮ ਸੇਵਾ ਕਰਦੇ ਔਰ ਇਸ ਅਕਾਲ ਚਲਾਣਾ ਕਰ ਗਏ ਔਰ ਸ਼ਹੀਦੀ ਦਾ ਜਾਮ ਪੀ ਗਏ। ਸੋ ਆਪਾਂ 1 ਮਿੰਟ ਲਈ ਸਭ ਦਾ ਧੰਨਵਾਦ ਜੀ। ਹੁਣ ਆਪਾਂ ਇਹ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਦੇ ਆ ਔਰ ਜਿਹੜੇ ਸਾਡੇ ਇਹਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਜੰਮੂ ਕਸ਼ਮੀਰ ਤੋਂ ਨੇ ਉਹਨਾਂ ਦਾ ਮੈਂ ਤਾਰਫ ਕਰਾਵਾਂਗਾ। ਉਸ ਤੋਂ ਬਾਅਦ ਸਾਡੇ ਮਨਮੋਹਨ ਜੀ ਜੋ ਕਿ ਊਟਾ ਸਟੇਟ ਤੋਂ ਨੇ, USA ਤੋਂ, ਉਹਨਾਂ ਦਾ, ਔਰ ਫਿਰ ਰਣਜੀਤ ਸਿੰਘ ਗਿੱਲ ਜੋ ਕਿ ਫ੍ਰਿਜ਼ਨੋ 'ਚ ਨੇ, ਕੈਲੀਫੋਰਨੀਆ 'ਚ ਨੇ, ਔਰ ਇੰਦਰਜੀਤ ਸਿੰਘ ਗਰੇਵਾਲ ਇਹ ਸਾਡੇ 'ਚ ਹਾਜ਼ਰ ਨੇ। ਔਰ ਆਪਾਂ ਇੱਕ ਅੱਜ ਨਵਾਂ ਰੰਗ ਬਿਖੇਰਾਂਗੇ। ਤਾਂ ਸਭ ਤੋਂ ਪਹਿਲਾਂ ਜਿੱਥੇ ਸਾਨੂੰ ਇਸ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਹਰਿਆਣੇ ਦੇ ਜਾਟ ਬਰਾਦਰੀ ਨੇ ਸਹਿਯੋਗ ਦਿੱਤਾ ਔਰ ਜਿਵੇਂ ਭਰਾਵਾਂ ਨੂੰ ਜੱਫੀਆਂ ਪਾਈਆਂ, ਇਸੇ ਤਰ੍ਹਾਂ ਹੀ ਸਾਡੇ ਵਿੱਚ ਮੁਸਲਮਾਨ ਵੀਰ ਵੀ ਆਏ, ਉਹਨਾਂ ਨੇ ਲੰਗਰ ਬਣਾਇਆ। ਔਰ ਜਿਸ ਤਰ੍ਹਾਂ ਲੰਗਰ ਉੱਥੋਂ ਮਲੇਰਕੋਟਲੇ ਤੋਂ ਆਇਆ, ਹਾਂ ਦਾ ਨਾਰਾ ਸਾਹਿਬ ਗੁਰਦੁਆਰੇ ਤੋਂ ਆਇਆ, ਸੋ ਇੱਕ ਐਸਾ ਭਾਈਚਾਰਾ, ਇੱਕ ਐਸਾ ਪ੍ਰੇਮ ਸੀ। ਤਾਂ ਉਸ ਦੀ ਲੜੀ ਦੇ ਵਿੱਚ ਇੱਕ ਐਸਾ ਮੁਸਲਿਮ ਵੀਰ ਅੱਜ ਸਾਡੇ ਵਿੱਚ ਨੇ ਜਿਨ੍ਹਾਂ ਨੇ ਕਿ ਪਿਆਰ ਹੀ ਵੰਡਿਆ। ਬੇਸ਼ੱਕ ਉਹਨਾਂ ਨੂੰ ਨਫ਼ਰਤ ਮਿਲੀ 1947 ਦੇ ਵਿੱਚ, ਜਿਸ ਵੇਲੇ ਕੋਈ ਕਹਿਰ ਵਰਤਿਆ, ਖੁਦਾ ਦਾ ਕਹਿਰ ਨਾਜ਼ਲ ਹੋਇਆ। ਅਸੀਂ ਸਮਝਦੇ ਸੀ ਕਿ ਇਹ ਕੇਵਲ ਪੰਜਾਬ ਦੇ ਵਿੱਚ ਹੀ ਸਾਡੇ ਸਿੱਖ, ਸਾਡੇ ਹਿੰਦੂ ਵੀਰ ਵੱਢੇ ਗਏ, ਲੇਕਿਨ ਹੈਰਾਨੀ ਹੋਈ ਕਿ ਇੱਕ ਊਧਮਪੁਰ ਦੇ ਵਿੱਚ ਵੀ ਮੁਸਲਮਾਨਾਂ ਦਾ ਬੜਾ ਕਤਲੇਆਮ ਹੋਇਆ, ਜਿਨ੍ਹਾਂ ਦੇ ਵਿੱਚ ਖਾਲਦ ਜੀ ਦਾ ਪਰਿਵਾਰ ਉਸ ਘਿਨਾਉਣੀ ਹਰਕਤ ਦੇ ਵਿੱਚ ਉਹ ਆ ਗਿਆ। ਔਰ ਉਹਨਾਂ ਨੇ ਜਿਸ ਤਰ੍ਹਾਂ ਉਹ ਦੁੱਖ ਦਰਦ ਆਪਣੇ ਤੇ ਸਹਿਆ ਔਰ ਫਿਰ ਮਿਹਨਤ ਕਰਕੇ
ਕਿੱਥੇ ਦੇ ਕਿੱਥੇ ਪਹੁੰਚ ਗਏ। ਔਰ ਸਭ ਤੋਂ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਹ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਇਹ ਸ਼ਖਸੀਅਤ ਜਿਹੜੀ ਹੈ ਜਨਾਬ ਖਾਲਿਦ ਹੁਸੈਨ ਜੀ, ਜੰਮੂ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਦੇ ਵਿੱਚ ਆਪਣੇ ਅੰਦਰ ਵੀ ਜਿਹੜੀ ਸੁੰਦਰਤਾ ਹੈ, ਅੰਦਰ ਦੀ ਜਿਹੜੀ ਖੁਸ਼ਬੂ ਹੈ ਉਹਨਾਂ ਨੇ ਬਖੇਰੀ ਹੈ, ਜਦ ਕਿ ਪੰਜਾਬੀ 'ਚ ਬੜੀਆਂ ਕਿਤਾਬਾਂ ਲਿਖੀਆਂ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਇਹਨਾਂ ਨਾਲ ਪਰਿਵਾਰਕ ਸੰਬੰਧ ਆ, ਇਹ ਸਾਡੇ ਕੋਲ ਆ ਕੇ ਨਵਾਂ ਸ਼ਹਿਰ ਠਹਿਰਦੇ, ਅਸੀਂ ਇਹਨਾਂ ਕੋਲ ਜੰਮੂ ਜਾਂਦੇ। ਤਾਂ ਇੱਕ ਬੜੀ ਪਿਆਰ ਦੀ ਜਿਹੜੀ ਹੈ ਭਾਵਨਾ, ਇੱਕ ਆਪਸੀ ਭਾਈਚਾਰਾ, ਇੱਕ ਧਰਮਾਂ ਨੂੰ ਪਰਾਂ ਰੱਖ ਕੇ ਤੇ ਇੱਕ ਚੀਜ਼ ਦਾ ਉਹ ਆਨੰਦ ਲੈਣਾ, ਬੜਾ ਕੁਝ ਸਿੱਖਣ ਨੂੰ ਮਿਲਿਆ। ਤੇ ਬੜਾ ਉਹਨਾਂ ਦੇ ਜਿਹੜੀ ਜ਼ੁਬਾਨ, ਬੇਸ਼ੱਕ ਉਹ ਬੋਲਦੇ ਸਨ ਉਰਦੂ ਔਰ ਪੰਜਾਬੀ, ਬੜੀ ਮਿੱਠੀ ਜ਼ੁਬਾਨ, ਔਰ ਉਹਨਾਂ ਦੇ ਘਰ ਦੇ ਇੱਕ ਪਿਆਰ, ਇੱਕ ਮਹਿਮਾਨ ਨਵਾਜ਼ੀ, ਉਹਦੇ ਤੋਂ ਅਸੀਂ ਬੜਾ ਕੁਝ ਸਿੱਖਿਆ। ਔਰ 1947 ਦੇ ਕਾਲੇ ਦੌਰ ਵਿੱਚ ਜੋ ਵੀ ਉਹਨਾਂ ਦੇ ਜ਼ਖਮ ਹੋਏ, ਉਹਨਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਇੱਕ ਕਹਾਣੀਆਂ ਲਿਖੀਆਂ, ਕਿਸ ਤਰ੍ਹਾਂ ਇਹ ਇੱਕ ਜਿਹੜਾ ਪ੍ਰੋਗਰਾਮ ਆਯੋਜਨ ਕਰਦੇ ਸੀ, ਔਰ ਉਹਨਾਂ ਨੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਔਖੇ ਟਾਈਮ ਦੇ ਵਿੱਚ। ਔਰ ਬੜੀ ਇੱਕ ਸਾਨੂੰ ਖੁਸ਼ੀ ਦੱਸਦਿਆਂ ਹੋ ਰਹੀ ਆ ਵੀ ਇੱਕ ਇਨਸਾਨ ਕਲਰਕ ਭਰਤੀ ਹੋਵੇ ਔਰ ਜਿਸ ਵੇਲੇ ਉਹ ਰਿਟਾਇਰ ਹੋਵੇ, ਉਹ ਡਿਪਟੀ ਕਮਿਸ਼ਨਰ ਰਿਟਾਇਰ ਹੋਵੇ, ਡਿਪਟੀ ਕਮਿਸ਼ਨਰ ਇੱਕ ਬੜਾ ਵੱਡਾ ਅਹੁਦਾ ਹੁੰਦਾ। ਔਰ ਇਹ ਇੱਕ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ। ਔਰ ਉਹਨਾਂ ਦੀ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ, ਇੰਨੀਆਂ ਲਿਖੀਆਂ ਗਈਆਂ, ਨਾਂ ਦੱਸਣੇ ਮੁਸ਼ਕਲ ਨੇ। ਤੇ ਉਹਨਾਂ ਚੋਂ ਇੱਕ ਕਿਤਾਬ ਦੇ ਉੱਤੇ, ਕਈ ਕਿਤਾਬਾਂ ਚੋਂ ਡਰਾਮੇ ਜਿਹੜੇ ਲਗਾਤਾਰ ਹੋ ਰਹੇ ਨੇ, ਔਰ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ 'ਚ ਹੋ ਰਹੇ ਨੇ। ਔਰ ਕਈ ਕਿਤਾਬਾਂ ਵੱਖ-ਵੱਖ ਲੈਂਗੁਏਜ, ਇੰਗਲਿਸ਼, ਪੰਜਾਬੀ ਔਰ ਹੋਰ ਜਿਹੜੀਆਂ ਜ਼ੁਬਾਨਾਂ, ਹਿੰਦੀ ਜ਼ੁਬਾਨ ਔਰ ਹੋਰ ਦੇ ਵਿੱਚ ਉਹਦਾ ਟਰਾਂਸਲੇਟ ਹੋ ਰਿਹਾ। ਔਰ ਇੱਕ ਫਿਲਮ ਵੀ ਬਣੀ ਹੈ ਇਹਨਾਂ ਤੇ ਲਕੀਰ, ਜੋ ਕਿ ਬੜੀ ਚੱਲੀ, ਔਰ ਜਿਹੜੀ ਕਿ ਉਹ ਜਿਹੜਾ 47 ਦਾ ਦਰਦ ਸੀ, ਲੋਕੀ ਜਦੋਂ ਉਸ ਫਿਲਮ ਨੂੰ ਦੇਖ ਕੇ ਨਿਕਲਦੇ ਸੀ ਤਾਂ ਅੱਖਾਂ ਨਮ ਹੁੰਦੀਆਂ ਸੀ। ਤੋ ਜੰਮੂ ਕਸ਼ਮੀਰ ਦੇ ਵਿੱਚ ਇੱਕ ਪੰਜਾਬੀ ਦਾ ਅਲੰਬਦਾਰ ਉੱਥੇ ਹੈ। ਸਾਨੂੰ ਆਸ ਸੀ ਕਿ ਪੰਜਾਬੀ ਦੇ ਵਿੱਚ ਉੱਥੇ ਜ਼ੁਬਾਨ ਦੇ ਨਾਲ ਜੋ ਕਰਨਗੇ, ਲੇਕਿਨ ਕੁਝ ਸਰਕਾਰਾਂ ਨੇ ਕੀਤਾ, ਉਹ ਅਖੀਰ ਦੇ ਵਿੱਚ ਉਹ ਵੀ ਉਹਨਾਂ ਨੂੰ ਪੁੱਛਾਂਗੇ ਅਖੀਰਲਾ ਸਵਾਲ। ਤੋ ਹੁਣ ਬੇਨਤੀ ਇਹ ਹੈ ਕਿ ਸਾਡੇ ਮਨਮੋਹਨ ਗਰੇਵਾਲ ਜੀ ਨੂੰ ਕੋਈ ਕੰਮ ਹੈ, ਕਿਸੇ ਉਹਨਾਂ ਨੇ ਹਸਪੀਟਲ ਜਾਣਾ ਹੈ, ਸੋ ਮੇਰੀ ਬੇਨਤੀ ਹੈ ਕਿ ਉਹ ਆਪਣੀ ਹਾਜ਼ਰੀ ਲਵਾ ਕੇ ਜਾਣਗੇ, ਤਾਂ ਉਹ ਆਪਣੀ ਪੇਸ਼ਕਾਰੀ ਪਹਿਲਾਂ ਕਰਨ। ਮੈਂ ਬੇਨਤੀ ਮਨਮੋਹਨ ਗਰੇਵਾਲ ਜੀ, ਜੋ ਕਿ ਊਟਾ ਤੋਂ ਨੇ, ਔਰ ਇਹ ਇਕੱਲਾ ਗੀਤ ਹੀ ਨਹੀਂ ਗਾਉਂਦੇ, ਇਹ ਸੰਗੀਤ ਵੀ ਔਰ ਸ਼ਬਦ ਕੀਰਤਨ ਪਿਛਲੀ ਵਾਰੀ ਇਹਨਾਂ ਸੁਣਾਇਆ, ਬੜਾ ਆਨੰਦ ਆਇਆ। ਔਰ ਇਹ ਇੱਕ ਸ਼ੌਂਕ ਰੱਖਦੇ ਨੇ ਅਲੱਗ ਤਰ੍ਹਾਂ ਦਾ। ਸੋ ਮੈਂ ਬੇਨਤੀ ਕਰਾਂਗਾ ਕਿ ਆਪਣਾ ਰੰਗ ਬਖੇਰਨ ਮਨਮੋਹਨ ਗਰੇਵਾਲ। ਇਰਸ਼ਾਦ ਜੀ, ਇਰਸ਼ਾਦ। ਮਨੂ ਸਾਡੀ ਦਾਤਰੀ ਤੇ ਅਸੀਂ ਮਨੂ ਦੇ ਸੋਏ, ਜੋ ਜੋ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਹ ਕਿਹੜਾ ਬੂਟਾ ਏ ਹਰ ਥਾਂ ਜੋ ਪਲਦਾ ਹੈ, ਆਰੇ ਦੇ ਦੰਦਿਆਂ ਤੇ ਰੰਬੀਆਂ ਦੀਆਂ ਤਾਰਾਂ ਤੇ। ਵਾਹ। ਉਹ ਕਿਹੜਾ ਬੂਟਾ ਏ ਹਰ ਥਾਂ ਜੋ ਪਲਦਾ ਹੈ, ਆਰੇ ਦੇ ਦੰਦਿਆਂ ਤੇ ਰੰਬੀਆਂ ਦੀਆਂ ਤਾਰਾਂ ਤੇ। ਖੈਬਰ ਦਿਆਂ ਦਰਿਆਂ ਵਿੱਚ, ਸਰਸਾ ਦੀਆਂ ਲਹਿਰਾਂ ਤੇ, ਲੱਖੀ ਦੇ ਜੰਗਲ ਵਿੱਚ, ਸਤਲੁਜ ਦੇ ਕੰਢੇ ਤੇ, ਸਰਹੰਦ ਦੀਆਂ ਨੀਹਾਂ ਵਿੱਚ, ਰੋੜਾਂ ਵਿੱਚ, ਕੰਢਿਆਂ ਤੇ, ਜਿੱਥੇ ਵੀ ਲਾ ਦਈਏ ਉੱਥੇ ਹੀ ਫਲਦਾ ਏ, ਜਿਤਨਾ ਏ ਛਾਂਗ ਦਈਏ ਉਤਨਾ ਹੀ ਫਲਦਾ ਏ, ਜਿਤਨਾ ਏ ਛਾਂਗ ਦਈਏ ਉਤਨਾ ਹੀ ਫਲਦਾ ਏ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਉਹ ਕਿਹੜਾ ਬੂਟਾ ਏ
ਹਰ ਥਾਂ ਜੋ ਪਲਦਾ ਹੈ, ਆਰੇ ਦੇ ਦੰਦਿਆਂ ਤੇ, ਰੰਬੀਆਂ ਦੀਆਂ ਤਾਰਾਂ ਤੇ। ਭੁੱਖਿਆਂ ਤਰਹਾਇਆਂ ਨੂੰ ਜੋ ਫਲ ਖਵਾਉਂਦਾ ਏ, ਥੱਕਿਆਂ ਤੇ ਟੁੱਟਿਆਂ ਨੂੰ ਛਾਂ ਵਿੱਚ ਸਵਾਉਂਦਾ ਏ। ਜਿਹੜਾ ਵੀ ਸ਼ਰਨ ਲਵੇ ਉਸ ਤਾਈਂ ਬਚਾਉਂਦਾ ਏ। ਜੇ ਝੱਖੜ ਆ ਜਾਵੇ, ਜੇ ਨੇਰੀ ਆ ਜਾਵੇ, ਅਬਦਾਲੀ ਆ ਜਾਵੇ, ਕੋਈ ਨਾਦਰ ਆ ਜਾਵੇ, ਮਾਸੂਮ ਗਟਾਰਾਂ ਨੂੰ, ਬੇਦੋਸ਼ੀਆਂ ਚਿੜੀਆਂ ਨੂੰ, ਬੇਲੋਸੀਆਂ ਖੁਕੀਆਂ ਨੂੰ, ਕੂੰਜਾਂ ਦੀਆਂ ਡਾਰਾਂ ਨੂੰ, ਇਹ ਤੁਰਤ ਛਪਾ ਲੈਂਦਾ, ਇਹ ਆਲਣੇ ਪਾ ਲੈਂਦਾ। ਜਿਓ ਵੀਰ ਜਿਓ। ਇਹ ਤੁਰਤ ਛੁਪਾ ਲੈਂਦਾ, ਇਹ ਆਲਣੇ ਪਾ ਲੈਂਦਾ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਅੱਜ ਸ਼ਾਖਾਂ ਇਸ ਦੀਆਂ, ਅੱਜ ਲਗਰਾਂ ਇਸ ਦੀਆਂ, ਆਪੋ ਵਿੱਚ ਪਾਟ ਗਈਆਂ, ਆਪੋ ਵਿੱਚ ਤਿੜਕ ਗਈਆਂ। ਕੋਈ ਪੂਰਬ ਚਲੀ ਗਈ, ਕੋਈ ਪੱਛਮ ਚਲੀ ਗਈ, ਕੋਈ ਪਿੰਡੀ ਮੱਲ ਬੈਠੀ, ਕੋਈ ਭੈਣੀ ਜਾ ਬੈਠੀ। ਪਰ ਮੁੱਢ ਤਾਂ ਇੱਕੋ ਏ, ਪਰ ਖੂਨ ਤਾਂ ਸਾਂਝਾ ਏ, ਪਰ ਮੁੱਢ ਤਾਂ ਇੱਕੋ ਏ, ਪਰ ਖੂਨ ਤੇ ਸਾਂਝਾ ਏ। ਵਾਹ 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 ਵਾਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਉਹ ਕਿਹੜਾ ਬੂਟਾ ਏ, ਹਰ ਥਾਂ ਜੋ ਪਲਦਾ ਹੈ, ਆਰੇ ਦੇ ਦੰਦਿਆਂ ਤੇ, ਰੰਬੀਆਂ ਦੀਆਂ ਤਾਰਾਂ ਤੇ, ਰੰਬੀਆਂ ਦੀਆਂ ਤਾਰਾਂ ਤੇ। ਜਿਓ ਵੀਰ ਜਿਓ। ਵੈਰੀ ਨਾਈਸ। ਬਹੁਤ ਵਧੀਆ, ਬਹੁਤ ਵਧੀਆ। ਬੜਾ ਦਰਦ ਸੀਗਾ ਜੀ, ਬਹੁਤ ਦਰਦ ਪੇਸ਼ ਕੀਤਾ ਔਰ ਬੜੀ ਸੱਚਾਈ। ਔਰ ਜਿਹੜੀ ਆਲਣੇ ਦੀ ਗੱਲ ਕੀਤੀ ਆ, ਉਹਦੇ ਤੇ ਗੱਲ ਯਾਦ ਆਈ, ਕਿਸੇ ਸ਼ਾਇਰ ਨੇ ਲਿਖਿਆ, ਤੂੰ ਆਲਣਾ ਕਿੱਥੇ ਪਾਵੇਂਗਾ, ਉਹ ਦਰਖਤੀ ਵਢਾਉਣ ਨੂੰ ਫਿਰਦੇ ਨੇ। ਇਹ ਅਮਰ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਹੈ ਜੀ। ਉਹ ਕਿਹੜਾ ਕਿਆ ਬਾਤ ਆ ਕਿ ਤੂੰ ਤਾਂ ਕਿਹੜੀਆਂ ਗੋਂਦਾਂ ਗੁੰਦਣ ਨੂੰ ਫਿਰਦਾ ਤੇ ਉਹ ਕੀ ਕਰਨ ਨੂੰ ਫਿਰਦੇ ਨੇ। ਤੇ ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਖਾਲਿਦ ਜੀ ਨੂੰ ਕਿ ਉਹ ਆਪਣਾ ਰੰਗ ਪੇਸ਼ ਕਰਨਗੇ। ਮਾਨਯੋਗ ਖਾਲਿਦ ਹੁਸੈਨ ਜੀ। ਇਰਸ਼ਾਦ ਜੀ, ਵਾਹ ਜੀ, ਧੰਨਵਾਦ ਜੀ ਖਾਲਸਾ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਕਿਸਾਨ ਵੀਰਾਂ ਨੂੰ ਸਤਿਕਾਰ ਤੇ ਉਹਨਾਂ ਦੇ ਅੱਗੇ ਮੱਥਾ ਝੁਕਾਉਣਾ ਕਿ ਜਿਨ੍ਹਾਂ ਨੇ ਇੰਨੀ ਮੁਸੀਬਤਾਂ ਬਰਦਾਸ਼ਤ ਕਰਕੇ, ਆਵਾਜ਼ ਕੱਟ ਗਈ, ਇਸ ਸਭ ਦੇ ਬਾਵਜੂਦ ਉਹਨਾਂ ਨੇ ਮਤਲਬ ਪਿੱਛੇ ਨਹੀਂ ਹਟੇ ਔਰ ਉਹ ਮਤਲਬ ਅੱਜ ਵੀ ਸੰਘਰਸ਼ ਕਰ ਰਹੇ ਨੇ ਔਰ ਸਾਨੂੰ ਆਸ ਹੈ ਕਿ ਆਪਣੇ ਸੰਘਰਸ਼ ਜ਼ਰੂਰ ਕਾਮਯਾਬ ਹੋਣਗੇ ਔਰ ਉਹ ਜਿਹੜੇ ਕਾਨੂੰਨ ਹਨ 3 ਉਹ ਜ਼ਰੂਰ ਵਾਪਸ ਲਿੱਤੇ ਜਾਣਗੇ। ਕਿਉਂਕਿ ਜੇ ਕਿਸਾਨ ਹੀ ਉਸ ਨੂੰ ਨਹੀਂ ਚਾਹੁੰਦੇ, ਕਿਸਾਨ ਆਪਣੀ ਫਸਲ ਨੂੰ ਆਪਣੇ ਢੰਗ ਨਾਲ ਵੇਚਣਾ ਚਾਹੁੰਦੇ ਨੇ, ਤੇ ਫਿਰ ਸਰਕਾਰ ਨੇ ਉਹਦੇ ਪਰ ਜਿਹੜੀ ਉਹ ਆਪਣੀ ਹਰਦਰਮੀ ਜਿਹੜੀ ਹੈ, ਹੰਕਾਰ ਹੈ ਜਿਹੜਾ, ਉਹਨੂੰ ਛੱਡ ਦੇਣਾ ਚਾਹੀਦਾ ਤੇ ਕਿਸਾਨਾਂ ਦੀ ਮਰਜ਼ੀ ਦੇ ਮੁਤਾਬਕ ਜਿਹੜਾ ਉਹ ਫੈਸਲੇ ਲੈਣੇ ਚਾਹੀਦੇ ਨੇ। ਉਸ ਵਾਸਤੇ ਅਸੀਂ ਉਹਨਾਂ ਦੇ ਮਤਲਬ ਮੈਂ ਤੇ ਮੱਥਾ ਆਪਣਾ ਜਿਹੜਾ ਆਪਣਾ ਝੁਕਾਉਣਾ ਉਹਨਾਂ ਦੀ ਇਸ ਮਜ਼ਬੂਤ ਜਿਹੜੀ ਉਹਨਾਂ ਨੇ ਜਦੋਜਹਿਦ ਸ਼ੁਰੂ ਕੀਤੀ ਦੀ ਹੈ, ਸੰਘਰਸ਼ ਜਿਹੜਾ ਸ਼ੁਰੂ ਕੀਤਾ ਦਾ ਉਹਦੇ ਲਈ। ਇਸ ਦੇ ਬਾਅਦ ਜੋ ਅੱਜ ਤੁਸੀਂ ਦੇਖ ਰਹੇ ਹੋ ਜਿਸ ਕਿਸਮ ਦੀ ਸਖਤੀ ਹੋ ਰਹੀ ਹੈ ਜਾਂ ਜਿਸ ਕਿਸਮ ਦਾ ਇੱਕ ਹਰਦਰਮੀ ਦਾ ਜਿਹੜਾ ਸਿਲਸਿਲਾ ਚੱਲੇ ਕਰਦਾ, ਇਹ ਸਾਡੇ ਕਸ਼ਮੀਰ ਵਿੱਚ ਵੀ ਸਾਡੇ ਪਾਸੇ ਵੀ ਬੜੀ ਦੇਰ ਦਾ ਚੱਲ ਰਿਹਾ। ਅਸੀਂ ਵੀ ਜੋ ਗੱਲ ਕਹਿੰਦੇ ਆ ਉਹਦਾ ਉਲਟਾ ਹੀ ਹੁੰਦਾ ਇੱਥੇ ਵੀ ਸਾਰਾ ਕੁਝ। ਅਸੀਂ ਵੀ ਹਰ ਚੀਜ਼ ਨੂੰ ਉਹ ਮਤਲਬ ਭੋਗ ਰਹੇ ਹਾਂ
ਤੇ ਸਾਡੀ ਸਰਕਾਰ ਅੱਗੇ ਹੀ ਅਰਦਾਸ ਹੈ, ਦੁਆ ਹੈ ਕਿ ਰੱਬ ਉਹਨਾਂ ਨੂੰ ਅਕਲ ਦੇਵੇ ਤੇ ਉਹ ਲੋਕਾਂ ਦੀ ਨਬਜ਼ ਨੂੰ ਪਕੜਨ, ਲੋਕਾਂ ਦੀਆਂ ਜਿਹੜੀਆਂ ਖਾਹਿਸ਼ਾਂ ਹਨ ਉਹਨਾਂ ਵਾਲੇ ਪਾਸੇ ਧਿਆਨ ਦੇਣ ਤੇ ਉਹਨਾਂ ਦੀ ਉન્નਤੀ ਲਈ, ਤਰੱਕੀ ਲਈ, ਉਹਨਾਂ ਦੇ ਰੋਜ਼ਗਾਰ ਲਈ ਬਿਹਤਰ ਸੋਚਣ ਤਾਂ ਕਿ ਸਾਡੇ ਪਾਸੇ ਵੀ ਅਮਨ ਆਏ। ਮੈਂ ਜਿਹੜੀਆਂ ਕਵਿਤਾਵਾਂ ਤੁਹਾਨੂੰ ਆਪਣੀਆਂ ਸੁਣਾ ਰਿਹਾ ਅਮੀਨ। ਇਹ ਜ਼ਿਆਦਾ ਮੇਰਾ ਅਸੀਂ ਜੋ ਭੋਗ ਰਹੇ ਹਾਂ ਤੇ ਇਸ ਦੇ ਵਿੱਚ ਤੁਹਾਨੂੰ ਉਸ ਦਾ ਅੰਸ਼ ਮਿਲੇਗਾ। ਉਹ ਤੁਹਾਨੂੰ ਉਹਦੀ ਇਹ ਬੜਾ ਪਹਿਲੀ ਜਿਹੜੀ ਹਿਸਟੋਰੀਕਲ ਮੇਰੀ ਮੂਵ ਨਜ਼ਮ ਹੈ। ਹੈ ਉਹ ਜਨਾਬ ਵਾਲਾ ਇਹ ਬੜਾ ਹਿਸਟੋਰੀਕਲ ਮੂਵ ਆ ਖਾਲਿਦ ਜੀ। ਤੁਹਾਡੀ ਵੀਡੀਓ ਸ਼ਾਇਦ ਕੱਟੀ ਜਾ ਰਹੀ ਹੈ। ਸਾਡੇ ਲਈ ਬੜੀ ਇਤਿਹਾਸਕ ਇਹ ਮੂਵ ਹੈ ਕਿ ਅਸੀਂ ਇਸ ਫੋਨ ਏਜ ਵਿੱਚੋਂ ਆ ਰਿਹਾ ਕਰੀ ਆ ਜਾਓ ਫੋਨ ਆ ਰਿਹਾ, ਮੈਂ ਉਹਨੂੰ ਕੱਟ ਰਿਹਾ, ਫੋਨ ਆ ਰਿਹਾ ਉਹਨੂੰ ਕੱਟ ਰਿਹਾ ਮੈਂ। ਅੱਛਾ, ਮੇਰੀ ਪਹਿਲੀ ਕਵਿਤਾ ਦਾ ਜੀ ਸਿਰਨਾਮਾ ਜਿਹੜਾ ਖੂਨ ਸਮੁੰਦਰ ਹੈ। ਵਾਹ ਵਾਹ ਕੀ ਬਾਤ ਹੈ, ਇਰਸ਼ਾਦ ਇਰਸ਼ਾਦ। ਜ਼ਿਲਤ, ਨਫ਼ਰਤ ਤੇ ਹਕਾਰਤ, ਦੱਸੋ ਨੀ ਮੈਂ ਕੀ ਨਹੀਂ ਜਰਿਆ। ਆਹਾ ਮਨ ਦੀ ਬਾਤ ਕਹਿਣ ਲਈ ਮੈਂ ਹਰ ਦਿਨ ਮਰਿਆ। ਵਾਹ ਖੂਨ ਸਮੁੰਦਰ ਰੋਜ਼ ਹਾਂ ਤਰਿਆ। ਆਹਾ ਨਰਕ ਹੰਡਾਵਾਂ ਕਿੱਧਰ ਜਾਵਾਂ, ਕੋਈ ਨਾ ਮੇਰਾ ਪੀਰ ਫਕੀਰ। ਅੱਖੋਂ ਮੇਰੇ ਡੁੱਲਦੇ ਨੀਰ, ਪਰ ਦੁਨੀਆ ਕਹਿੰਦੀ ਧਰਤੀ ਮੇਰੀ ਬੇਨਜ਼ੀਰ। ਵਾਹ ਵਾਹ ਵਾਹ। ਦੁਨੀਆ ਕਹਿੰਦੀ ਧਰਤੀ ਮੇਰੀ ਬੇਨਜ਼ੀਰ। ਇੱਕ ਹੋਰ ਨਜ਼ਮ ਹੈ ਜੀ, ਇਹਦਾ ਅਨੁਵਾਨ ਹੈ ਰਹਿਮ ਮੁਹੱਬਤ। ਰਹਿਮ ਮੁਹੱਬਤ। ਜੀ ਬੁੱਲੇ ਦੇ ਚੁੱਲ੍ਹੇ ਬਹਿ ਅੱਗ ਇਸ਼ਕ ਦੀ ਸੇਕੀ। ਓਏ ਵਾਹ ਵਾਹ। ਬੁੱਲੇ ਦੇ ਚੁੱਲ੍ਹੇ ਬਹਿ ਅੱਗ ਇਸ਼ਕ ਦੀ ਸੇਕੀ। ਜੀ ਚੁੱਲ੍ਹੇ ਲੱਕੜ ਸਵਾਹ ਹੋਈ, ਚੁੱਲ੍ਹੇ ਲੱਕੜ ਸਵਾਹ ਹੋਈ, ਸਾਨੂੰ ਨਾ ਮਿਲੀ ਟੇਕੀ। ਆਹਾ ਅਸੀਂ ਖੱਜਲ ਹੋਏ, ਖੁਆਰ ਹੋਏ, ਕੱਚੇ ਘੜੇ ਦਾ ਪਿਆਰ ਹੋਏ। ਵਾਹ ਹੁਣ ਰਹਿਮ ਮੁਹੱਬਤ, ਹੁਣ ਰਹਿਮ ਮੁਹੱਬਤ ਕਿਤੋਂ ਮੰਗੀਏ। ਡਾਂਗਾ ਸੋਟੇ ਬਰਛੇ ਟੋਕੇ ਜੀਣ ਨਹੀਂ ਦਿੰਦੇ। ਉਧੜੇ ਬਖੀਏ ਸੀਨ ਨਹੀਂ ਦਿੰਦੇ। ਓਏ ਉਧੜੇ ਬਖੀਏ ਸੀਨ ਨਹੀਂ ਦਿੰਦੇ। ਓਏ ਨਿੱਕੀ ਜੀ ਹੋਰ ਨਜ਼ਰ ਹੈ ਜੀ, ਹਸ਼ਰ ਦਿਹਾੜਾ। ਆਹਾ ਹਸ਼ਰ ਦਿਹਾੜਾ, ਸੂਰਜ ਦੀ ਹਾਂਡੀ ਵਿੱਚ ਚੰਨ ਉਬਾਲ। ਵਾਹ ਸੂਰਜ ਦੀ ਹਾਂਡੀ ਵਿੱਚ ਚੰਨ ਉਬਾਲ, ਵਾਹ ਧਰਤੀ ਆਕਾਸ਼ ਨੂੰ ਰੱਜ ਖੰਗਾਲ। ਆਹ ਮੰਗਲ ਤੇ ਜਾ ਪਾ ਧਮਾਲ, ਹਿਜਰ ਦਿਹਾੜਾ ਫੇਰ ਵੀ ਆਉਣਾ। ਵਾਹ ਵਾਹ। ਇਹ ਸਿਆਣਾ ਵਾਹ ਵਾਹ ਵਾਹ। ਇੱਕ ਨਿੱਕੀ ਜੀ ਨਜ਼ਮ ਹੈ ਜੀ, ਕਬਰ। ਹੂੰ ਦਿਲ ਤੋਂ ਵੱਡੀ ਕਬਰ ਹੋਰ ਕੋਈ ਨਹੀਂ ਹੁੰਦੀ। ਹੂੰ ਦਿਲ ਤੋਂ ਵੱਡੀ ਕਬਰ ਹੋਰ ਕੋਈ ਨਹੀਂ ਹੁੰਦੀ, ਜਿੱਥੇ ਰੋਜ਼ ਪੀੜਾਂ ਦਫਨ ਹੁੰਦੀਆਂ ਨੇ। ਵਾਹ 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 ਤੇ ਰੋਜ਼ ਪੀੜਾਂ ਦਫਨ ਹੁੰਦੀਆਂ ਨੇ। ਇੱਕ ਇਹ ਨਜ਼ਮ ਹੈ ਜੀ, ਇਹਦਾ ਸਿਰਨਾਮਾ ਜੀ ਜਾਗਦੇ ਜ਼ਮੀਰ ਦਾ ਸ਼ੋਰ। ਹੂੰ ਜਾਗਦੇ ਜ਼ਮੀਰ ਦਾ ਸ਼ੋਰ। ਮੈਂ ਉਸ ਜੂ ਦਾ ਵਾਸੀ ਹਾਂ ਜਿੱਥੇ ਧਰਤੀ ਨੂੰ ਉਮਰ ਹੋਏ। ਮੈਂ ਉਸ ਜੂ ਦਾ ਵਾਸੀ ਹਾਂ ਜਿੱਥੇ ਧਰਤੀ ਨੂੰ ਉਮਰ ਹੋਈ, ਹਯਾਤ ਦਾ ਗੀਤ ਗਾਏ ਹੋਏ। ਜਿੱਥੇ ਧਰਤੀ ਨੂੰ ਉਮਰ ਹੋਈ, ਹਯਾਤ ਦਾ ਗੀਤ ਗਾਏ ਹੋਏ। ਰਤ ਦਾ ਰੰਗ ਤੇ ਅੱਗ ਦਾ ਭਾਂਬੜ ਚੀਖ ਚੀਖ ਕੇ ਕਹਿੰਦਾ ਹੈ ਇਹ ਧਰਤੀ ਮੇਰੀ ਹੈ। ਮੈਂ ਇਸ ਜੂ ਦਾ ਮਾਲਕ ਹਾਂ। ਇਸਦੇ ਝਰਨੇ, ਇਸਦੀਆਂ ਝੀਲਾਂ, ਇਸਦੇ ਚਸ਼ਮੇ ਮੇਰੇ ਨੇ, ਸਭ ਮੇਰੇ ਨੇ। ਉਸਦੇ ਹੱਥ ਵਿੱਚ ਲੋਹੇ ਦਾ ਡੰਡਾ, ਉਸਦੇ ਹੱਥ ਵਿੱਚ ਲੋਹੇ ਦਾ ਡੰਡਾ ਮੈਨੂੰ ਮੁਰਦਾ ਕਰ ਨਹੀਂ ਸਕਦਾ। ਜੜ੍ਹਾਂ ਮੇਰੀਆਂ ਇਸ ਮਿੱਟੀ ਵਿੱਚ ਸਾਗਰ ਤੋਂ ਵੀ ਡੂੰਘੀਆਂ ਨੇ, ਸਾਗਰ ਤੇ ਹਲ ਚੱਲ ਨਹੀਂ ਸਕਦਾ। ਵਾਹ ਜੀ ਵਾਹ। ਜੜ੍ਹਾਂ ਮੇਰੀਆਂ ਇਸ ਮਿੱਟੀ ਵਿੱਚ ਸਾਗਰ ਤੋਂ ਵੀ ਡੂੰਘੀਆਂ ਨੇ, ਸਾਗਰ ਤੇ ਹਲ ਚੱਲ ਨਹੀਂ ਸਕਦਾ। ਵਕਤ ਦੇ ਹੱਥੀਂ ਕੈਦੀ ਸਾਹਮਣੇ, ਵਕਤ ਦੇ ਹੱਥੀਂ ਕੈਦੀ ਸਾਹਮਣੇ, ਵਕਤ ਦੇ ਹੱਥੋਂ ਕਤਲ ਹੋਇਆ ਮੈਂ।
वक्त ने मेरे को बदला लिता, मेरी जुरत मेरे सच दा, पर वो मेरी सोच नूं हरगिज कतल कदे नहीं कर सकता है। मैं जिंदा सा, मैं जिंदा रहांगा, क्यों जे मेरियां जड़ां इस मिट्टी विच पाताल तो भी डूंगियां ने। वाह जी वाह। वाह क्यों जी? जियो एक आखिरी नज़म है जी। आलने आलने पंछी अपने आलने नफरत दियां कलमां चों फुटे होए तीलियां नाल नहीं बनाते। पंछी अपने आलने नफरत दियां कलमां चों फुटे होए तीलियां नाल नहीं बनाते। इसो ਲਈ पंछी एक दूजे दे आलने साड़दे नहीं, अपनी नस्ल उजाड़दे नहीं। पंछी अपने आलनिਆਂ ਵਿੱਚ गुड़ शक्कर निवाद दा चोग चुगदे ने ते उडारियां मारदे ने आजादी नाल खुले आसमानां ਵਿੱਚ। पंछियां दा दिल पानी वांगर बेरंग होंदा है। पंछी प्यार दा बटना मल के प्रीत सांझ दे गीत गांदे ने। पंछी दुख दे संगी साथी खुशियां दे हरकारे। पंछी नहीं होंदे शब्दां दे वंजारे। दोस्ती मुनखता मान मर्यादा इसो ਲਈ ਉਹ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ। ਉਹ ਜਾਣਦੇ ਨੇ ਕਿ ਉਹਨਾਂ ਨੂੰ ਮਾਰਨ ਵਾਲੇ ਵਸਤਰ ਰੱਬ ਨੇ ਨਹੀਂ ਬਣਾਏ। ਵਾਹ ਕੀ ਉਡਾਰੀਆਂ ਮਾਰੀਆਂ ਜੀ। ਇਹ ਕਿਸਾਨ ਕੀ ਚਾਹੁੰਦਾ ਜੀ? ਕਿਸਾਨ ਚਾਹੁੰਦਾ ਮੇਰੀ ਫਸਲ ਜਿਹੜੀ ਹੈ ਉਹ ਅੱਛੀ ਹੋਏ, ਮੇਰੀ ਫਸਲ ਜਿਹੜੀ ਹੈ ਉਹਦੇ ਪੈਸੇ ਮੈਨੂੰ ਚੰਗੇ ਮਿਲਣ। ਉਹ ਜਿਸਲੇ ਉਹਦੀ ਫਸਲ ਪੱਕਦੀ ਹੈ ਤੇ ਭੰਗੜੇ ਪਾਉਂਦਾ ਖੁਸ਼ੀਆਂ ਨਾਲ। ਤੇ ਮੈਨੂੰ ਉਸਤਾਦ ਦਾਮਨ ਦਾ ਸ਼ੇਰ ਯਾਦ ਆਉਂਦਾ, ਨਾ ਮੈਂ ਸੋਨੇ ਦੀ ਨਾ ਚਾਂਦੀ ਦੀ, ਨਾ ਮੈਂ ਪਿੱਤਲ ਭਰੀ ਪਰਾਤ, ਨਾ ਮੈਂ ਸੋਨੇ ਦੀ ਨਾ ਚਾਂਦੀ ਦੀ, ਨਾ ਮੈਂ ਪਿੱਤਲ ਭਰੀ ਪਰਾਤ। ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾ ਸਾਰੀ ਰਾਤ। ਨੱਚਾਂਗੇ ਸਾਰੀ ਵਾਹ ਜੀ ਵਾਹ। ਵੈਰੀ ਗੁੱਡ ਅੱਜ ਜਿਹੜੀ ਸਾਡੀ ਧਰਤੀ ਹੈ ਉਹਦੀ ਕਲੀ ਵੀ ਲਾ ਦਿੱਤੀ ਗਈ ਦੀ ਹੈ ਤੇ ਉਹ ਵਿਚਾਰਾ ਨੱਚੇਗਾ ਕਿਥੋਂ? ਕਿਉਂਕਿ ਸਾਰਾ ਕੁਝ ਹੀ ਜਿਹੜਾ ਵਿਗੜ ਗਿਆ ਦਾ ਮਸਲਾ। ਰੱਬ ਕਰੇ ਸਭ ਠੀਕ ਹੋ ਜਾਏ। ਸਹੀ ਗੱਲ ਹੈ। ਜਿਓ ਖਾਨ ਸਾਹਿਬ, ਜਿਓ ਜੀ, ਜਿਓ। ਸੂਰ ਜੀ ਦੀ ਆਵਾਜ਼ ਨਹੀਂ ਆ ਰਹੀ, ਤੂਰ ਸਾਹਿਬ ਅਨਮਿਊਟ ਕਰੋ ਜੀ। ਹੁਣ ਮੇਰੀ ਆਵਾਜ਼ ਆ ਰਹੀ ਜੀ? ਜੀ ਆ ਰਹੀ ਹੈ। ਹੁਣ ਮੈਂ ਬੇਨਤੀ ਕਰਾਂਗਾ ਮਨਮੋਹਨ ਜੀ ਨੂੰ ਕਿ ਉਹਨਾਂ ਦੀ ਕੁਝ ਮਸਰੂਫੀਅਤ ਹੈ ਤਾਂ ਆਪਣਾ ਟਾਈਮ ਲੈਣਗੇ ਮਨਮੋਹਨ ਜੀ। ਜਿਓ। ਇਰਸ਼ਾਦ। ਅਮੀਨ ਅਮੀਨ। ਇਰਸ਼ਾਦ। ਮਾਰ ਖਾਂ ਟਵੀਟ ਇੱਕ ਹੋਰ ਤੂੰ ਰਿਹਾਨਾ। ਵਾਹ ਜੀ ਓਏ ਵਾਹ 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 ਵਾਹ। ਮਾਰ ਖਾਂ ਟਵੀਟ ਇੱਕ ਹੋਰ ਤੂੰ ਰਿਹਾਨਾ। ਭਰ ਦਿੱਤਾ ਰੰਗ ਨਾਲੇ ਜੋਸ਼ ਤੂੰ ਰਿਹਾਨਾ। ਜਿਓ ਵੀਰ ਜਿਓ। ਦੁਨੀਆ ਜਗਾਈ ਤੇਰੇ ਇੱਕੋ ਹੀ ਟਵੀਟ ਨੇ। Why aren't we talking? ਬਸ ਤੇਰੀ ਇਸ ਬੀਟ ਨੇ। ਪਾ ਦਿੱਤਾ ਪੜ ਤੂੰ ਜਗਾਇਆ ਤੂੰ ਜਮਾਨਾ। ਭਰ ਦਿੱਤਾ ਰੰਗ ਨਾਲੇ ਜੋਸ਼ ਤੂੰ ਰਿਹਾਨਾ। ਵਾਹ ਜੀ ਵਾਹ। ਸ਼ੇਰਨੀ ਗਰੈਟਾ ਆ ਮੈਦਾਨ ਵਿੱਚ ਖੜ ਗਈ। ਵਾਹ ਗਰੈਟਾ ਥਨਬਰਗ ਸਵੀਡਨ ਦੀ। ਜੀ ਸ਼ੇਰਨੀ ਗਰੈਟਾ ਆ ਮੈਦਾਨ ਵਿੱਚ ਖੜ ਗਈ। ਫਿਲਮੀ ਕਤੀੜ ਨਾਲ ਕੱਲੀ ਹੀ ਉਹ ਲੜ ਗਈ। ਜਿਓ ਜਿਓ ਵੀਰ। ਭੱਜੇ ਜਾਂਦਿਆਂ ਨੂੰ ਕੋਈ ਲੱਭੇ ਨਾ ਬਹਾਨਾ। ਭਰ ਦਿੱਤਾ ਰੰਗ ਨਾਲੇ ਜੋਸ਼ ਤੂੰ ਰਿਹਾਨਾ। ਵਾਹ ਜੀ ਵਾਹ। ਬਹੁਤ ਖੂਬ। ਜਿਓ ਵੀਰ। ਫਿਰ ਕੀ ਹੋਇਆ? ਜਾਗੇ ਫਿਰ ਸ਼ੇਰ ਕਈ ਕਹਿੰਦੇ ਜੋ ਕਹਾਉਂਦੇ ਬਈ। ਕਾਇਲ ਜੁਜੂ ਸ਼ੌਨ ਮੀਨਾ ਮੀਆਂ ਦੇਖ ਆਉਂਦੇ ਬਈ। ਉਹ NBA ਦੇ ਪਲੇਅਰ ਨੇ ਤੇ ਬਾਕੀ ਬਾਲੀਵੁੱਡ ਬਿਲਕੁਲ ਜੀ ਬਿਲਕੁਲ। ਬਾਲੀਵੁੱਡ। ਜਾਗੇ ਫਿਰ ਸ਼ੇਰ ਕਈ ਕਹਿੰਦੇ ਜੋ ਕਹਾਉਂਦੇ ਬਈ।
ਕਾਇਲ ਜੁਜੂ ਸ਼ੌਨ ਮੀਨਾ ਹੈਰਿਸ, ਮੀਆਂ ਦਿਖੇ ਆਉਂਦੇ ਬਈ, ਭਗਤਾਂ ਨੂੰ ਚੇਤੇ ਆਈ ਨਾਨੀ ਅਤੇ ਨਾਨਾ, ਭਰ ਦਿੱਤਾ ਰੰਗ ਨਾਲੇ ਵਾਹ ਜੀਓ ਵੀਰ। ਜਮਾਨਾ। ਵਾਹ ਜੀ ਵਾਹ, ਬਹੁਤ ਖੂਬ ਵੀਰ ਜੀ, ਬਹੁਤ ਵਧੀਆ। ਬਹੁਤ ਵਧੀਆ ਜੀ, ਬਹੁਤ ਲਾਸਟ ਵਧੀਆ। ਪੈਰਾ ਜੀ। ਮਨ ਲੈ ਰਿਹਾਨਾ ਹੁਣ ਇੱਕ ਗੱਲ ਹੋਰ ਨੀ, ਹਾਂ, ਸਿੱਖ ਲੈ ਪੰਜਾਬੀ ਸਾਨੂੰ ਬੜੀ ਤੇਰੀ ਲੋੜ ਨੀ। ਲੋੜ ਨਹੀਂ। ਵਾਹ ਜੀ ਮਨ ਲੈ ਵਾਹ ਕਰਿਆ। ਰਿਹਾਨਾ, ਮਨ ਲੈ ਰਿਹਾਨਾ ਹੁਣ ਇੱਕ ਉਹ ਗੱਲ ਅੰਗਰੇਜ਼ੀ ਹੋਰ ਵਿੱਚ ਨੀ, ਚੰਗੀ ਗੱਲ ਹੈ, ਸਿੱਖ ਲੈ ਰਹਿਣ ਦਿਓ। ਪੰਜਾਬੀ। ਹਾਂਜੀ ਮੈਂ ਕਿਹਾ 50 ਉਹ ਅੰਗਰੇਜ਼ੀ ਵਿੱਚ ਹੀ ਕਹੇ ਤੇ ਦੁਨੀਆ ਦਾ ਗੱਲ ਪੁੱਜੇਗੀ। ਮਨ ਲੈ ਰਿਹਾਨਾ ਹੁਣ ਇੱਕ ਗੱਲ ਹੋਰ ਨੀ, ਸਿੱਖ ਲੈ ਪੰਜਾਬੀ ਸਾਨੂੰ ਬੜੀ ਤੇਰੀ ਲੋੜ ਨੀ, ਮੋਣੀ ਗਰੇਵਾਲ ਨਾਲ ਕਰਾਵਾਂਗੇ ਦੁਗਾਣਾ, ਆਹ ਭਰ ਵਾਹ ਵਾਹ ਦਿੱਤਾ ਵਾਹ ਰੰਗ, ਵਾਹ ਵਾਹ। ਭਰ ਦਿੱਤਾ ਰੰਗ ਨਾਲੇ ਜੋਸ਼ ਤੂੰ ਰਿਹਾਨਾ, ਵਾਹ ਜੀ ਵਾਹ। ਮਾਰ ਖਾਂ ਟਵੀਟ ਇੱਕ ਹੋਰ ਤੂੰ ਰਿਹਾਨਾ, ਭਰ ਦਿੱਤਾ ਰੰਗ ਨਾਲੇ ਜੋਸ਼ ਤੂੰ ਜੀਓ ਰਿਹਾਨਾ। ਛੋਟੇ ਵੀਰ, ਜੀਓ ਜੀਓ। ਬਹੁਤ ਕਮਾਲ ਕਰਤੀ। ਵੈਰੀ ਗੁੱਡ, ਵੈਰੀ ਗੁੱਡ। ਬਹੁਤ ਅੱਛੇ, ਬਹੁਤ ਅੱਛੇ। ਮਨਮੋਹਨ ਜੀ ਨੇ ਜਿਹੜਾ ਰੰਗ ਪੇਸ਼ ਕੀਤਾ, ਇਹ ਮੈਂ ਦੇਖਿਆ ਕਈ ਗੱਲਾਂ 'ਚ ਬੜਾ, ਉਹ ਕਹਿੰਦੇ ਨਾ ਸੁਰਮਾ ਪਾ ਜਾਣੇ ਹਰ ਕੋਈ, ਟਮਕਾ ਜਾਣੇ ਕੋਈ ਕੋਈ। ਇਹਨਾਂ ਦੀ ਮੈਂ ਕਈ ਗੱਲਾਂ ਦੇਖੀਆਂ, ਇਹ ਸੁਰਮਾ ਪਾਉਂਦੇ ਵੀ ਆ ਪਰ ਟਮਕਾਉਂਦੇ ਬਹੁਤ ਸੋਹਣਾ ਆ। ਤੇ ਹੁਣ ਮੈਂ ਬੇਨਤੀ ਕਰਾਂਗਾ ਰਣਜੀਤ ਗਿੱਲ ਹੋਣਾ ਨੂੰ ਕਿ ਉਹ ਆਪਣਾ ਰੰਗ ਬਿਖੇਰਨਗੇ। ਮਾਨਯੋਗ ਰਣਜੀਤ ਗਿੱਲ ਜੀ। ਇਰਸ਼ਾਦ ਜੀ। ਹਾਂਜੀ, ਸਭ ਤੋਂ ਪਹਿਲਾਂ ਸਾਰੇ ਮੇਰੇ ਮੇਜ਼ਬਾਨ ਦੋਸਤਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਸਾਡੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਬੇਨਤੀ ਕਰੂੰਗਾ ਵੀ ਜੇ ਤੁਸੀਂ ਇਸ ਕਵੀ ਦਰਬਾਰ ਨੂੰ ਲਾਈਕ ਕਰਦੇ ਹੋ, ਜਿੰਨੇ ਵੀ ਸਾਡੇ ਨਾਲ ਜੁੜੇ ਹੋ ਫੇਸਬੁੱਕ ਤੇ ਜਾਂ ਹੋਰ ਜਰੀਏ ਨਾਲ, ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਨਾਲ ਹੋਰ ਵੀ ਸਾਰੇ ਮਿੱਤਰ ਜੁੜਨ ਤੇ ਹੋਰ ਵੀ ਰੰਗ ਬਿਖਰੇ। ਮੈਂ ਜਿਹੜਾ ਇਸ ਵੇਲੇ ਸਮਾਂ ਚੱਲ ਰਿਹਾ ਇਹਦੇ ਤੇ ਪਹਿਲੀਆਂ ਦੋ ਲਾਈਨਾਂ ਕਹਿ ਕੇ ਫਿਰ ਮੈਂ ਅਗਲੇ ਹੀ ਆਪਦਾ ਕਲਾਮ ਪੇਸ਼ ਕਰਦਾ। ਕਹਿੰਦਾ ਹਲੇ ਤਾਂ ਜ਼ਖਮਾਂ ਤੇ ਦਰਦਾਂ 'ਚ ਬਿੰਨੀਆਂ ਤਸਵੀਰਾਂ ਹੀ ਨੇ ਸਾਹਮਣੇ, ਵਾਹ ਵਾਹ। ਹਲੇ ਤਾਂ ਜ਼ਖਮਾਂ ਤੇ ਦਰਦਾਂ 'ਚ ਬਿੰਨੀਆਂ ਹੀ ਤਸਵੀਰਾਂ ਹੀ ਨੇ ਸਾਹਮਣੇ, ਗੁਲਾਮੀ ਦੀ ਦਲਦਲ ਦੇ ਖੂਹ ਵੀ ਦਿਖਾਉਣਗੇ, ਗੁਲਾਮੀ ਦੀ ਦਲਦਲ ਦੇ ਉਹ ਖੂਹ ਵੀ ਦਿਖਾਉਣਗੇ, ਉਹ ਨੋਚ ਲੈਣਗੇ ਕਾਰਪੋਰੇਟ ਘਰਾਣੇ ਫੰਗ ਸੋਨੇ ਦੀ ਚਿੜੀ ਦੇ, ਵਾਹ 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 ਵਾਹ। ਨੋਚ ਲੈਣਗੇ ਕਾਰਪੋਰੇਟ ਘਰਾਣੇ ਫੰਗ ਸੋਨੇ ਦੀ ਚਿੜੀ ਦੇ, ਉਹ ਜਾਗੇ ਹੋਏ ਲੋਕ ਜੇ ਨਾ ਲੋਕਾਂ ਨੂੰ ਜਗਾਉਣਗੇ, ਜਾਗੇ ਹੋਏ ਲੋਕ ਜੇ ਨਾ ਲੋਕਾਂ ਨੂੰ ਜਗਾਉਣਗੇ। ਬਹੁਤ ਖੂਬ, ਬਹੁਤ ਖੂਬ। ਜੋ ਪੰਜਾਬ ਅੱਜ ਸੰਤਾਪ ਭੋਗ ਰਿਹਾ ਹੈ, ਇਹ ਅੱਜ ਹੀ ਨਹੀਂ ਭੋਗ ਰਿਹਾ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਬਿਲਕੁਲ ਠੀਕ। ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਦਰਾ ਖੈਬਰ ਪੰਜਾਬ ਦੇ ਹਿੱਸੇ ਹੀ ਆਇਆ, ਜਿੱਥੋਂ ਹਰ ਧਾਵੀ ਆਇਆ ਉਹ ਪਹਿਲਾਂ ਦਿੱਲੀ ਵੱਲ ਨੂੰ ਜਾਂਦਾ ਹੋਇਆ ਵੀ ਲੁੱਟ ਕੇ ਗਿਆ ਤੇ ਮੁੜਦਾ ਹੋਇਆ ਵੀ ਲੁੱਟ ਕੇ ਗਿਆ। ਉਹਦੇ ਤੇ ਮੈਂ 4 ਲਾਈਨਾਂ ਲਿਖੀਆਂ। ਮੈਂ ਕਿਹਾ ਇਤਿਹਾਸ ਚੋਂ ਇਹ ਚੰਦਰਾ ਦਿਨ ਮੁੜ ਮੁੜ ਕੇ ਪਤਾ ਨਹੀਂ ਕਿਉਂ ਪੰਜਾਬ ਦੇ ਹੀ ਹਿੱਸੇ ਆਇਆ ਹੈ। ਇਤਿਹਾਸ ਚੋਂ ਇਹ ਚੰਦਰਾ ਦਿਨ ਉਜਾੜੇ ਦਾ ਮੁੜ ਮੁੜ ਕੇ ਪਤਾ ਨਹੀਂ ਕਿਉਂ ਪੰਜਾਬ ਦੇ ਹੀ ਹਿੱਸੇ ਆਇਆ ਹੈ। ਉਜੜ ਕੇ ਵਸਦਾ ਰਿਹਾ ਹੈ ਸਦੀਆਂ ਤੋਂ, ਉਜੜ ਕੇ ਵਸਦਾ ਰਿਹਾ ਹੈ ਸਦੀਆਂ ਤੋਂ, ਉਹ ਹਿੰਦੁਸਤਾਨ ਦੇ ਹੋਰ ਕਿਸੇ ਖਿੱਤੇ ਨੇ ਨਹੀਂ ਝੱਲਿਆ ਕਦੇ ਸੰਤਾਪ ਜੋ ਪੰਜਾਬ ਨੇ ਹੰਢਾਇਆ ਹੈ, ਨਹੀਂ ਝੱਲਿਆ ਉਹ ਸੰਤਾਪ ਜੋ ਪੰਜਾਬ ਨੇ ਹੰਢਾਇਆ ਹੈ। ਆਜ਼ਾਦੀ ਦੇ ਚਿਰਾਗ 'ਚ ਜਾਏ ਕਾਲੇ ਪਾਣੀਆਂ, ਆਜ਼ਾਦੀ ਦੇ ਚਿਰਾਗ 'ਚ ਜਾਏ ਕਾਲੇ ਪਾਣੀਆਂ, ਪਾਈ ਚਰਬੀ ਢਾਲ ਕੇ ਪੰਜਾਬ ਦੇ ਜੰਮਿਆਂ ਨੇ, ਉਹ ਜਾਗਦਿਆਂ ਰੱਖਣ ਲਈ ਸ਼ਮਾ ਨੂੰ ਜਿਗਰ ਖੂਨ ਦਾ ਪਾਇਆ ਹੈ, ਜਾਗਦਿਆਂ ਰੱਖਣ ਲਈ ਸ਼ਮਾ ਨੂੰ ਉਹ ਖੂਨ ਜਿਗਰ ਦਾ ਪਾਇਆ ਹੈ। ਜਾਂ ਉੱਠੀ ਸੀ ਲਲਕਾਰ ਇਸ ਬੰਗਾਲ ਚੋਂ, ਜਾਂ ਉੱਠੀ ਸੀ ਲਲਕਾਰ ਇੱਕ ਬੰਗਾਲ ਚੋਂ, ਆਜ਼ਾਦੀ ਦੇ ਜਨਮ ਸਿੱਧ ਅਧਿਕਾਰ ਦੀ। ਸੁਭਾਸ਼ ਚੰਦਰ ਬੋਸ ਜੀ ਕਹਿੰਦਾ ਸੀ, ਫਰੀडम इज माई बर्थ राइट एंड आई विल हैव इट। ठीक, बहुत अच्छे। ਜਾਂ ਉੱਠੀ ਸੀ ਲਲਕਾਰ ਇੱਕ ਪੰਜਾਬ ਬੰਗਾਲ ਚੋਂ, ਆਜ਼ਾਦੀ ਦੇ ਜਨਮ ਸਿੱਧ ਅਧਿਕਾਰ ਦੀ। ਉਹ ਸੁਭਾਸ਼ ਚੰਦਰ ਬੋਸ ਨੇ ਜਿੱਥੇ ਪਰਚਮ ਲਹਿਰਾਇਆ ਹੈ, ਖੈਰਾਤ ਵਿੱਚ ਮੰਗਦੇ ਰਹੇ ਜ਼ਿੰਦਗੀ ਦੀ ਭੀਖ ਜੋ, ਖੈਰਾਤ ਵਿੱਚ ਮੰਗਦੇ ਰਹੇ
ਜ਼ਿੰਦਗੀ ਦੀ ਭੀਖ ਜੋ ਉਹ ਫਰੰਗੀ ਸਰਕਾਰ ਤੋਂ ਅੱਜ ਉਹ ਹੀਰੋ ਬਣਾ ਦਿੱਤੇ ਨੇ ਜਿਨ੍ਹਾਂ ਅਣਖ ਨੂੰ ਦਾਗ ਲਾਇਆ ਹੈ। ਵਾਹ ਜੀ ਅੱਜ ਉਹ ਹੀਰੋ ਬਣਾ ਦਿੱਤੇ ਨੇ ਜਿਨ੍ਹਾਂ ਅਣਖ ਨੂੰ ਦਾਗ ਲਾਇਆ ਹੈ। ਗਦਰ ਦੀ ਗੂੰਜ ਨੂੰ ਲੈ ਕੇ ਜਦ ਗਦਰੀ ਸੀ ਤੁਰ ਪਏ, ਗਦਰ ਦੀ ਗੂੰਜ ਨੂੰ ਲੈ ਕੇ ਜਦ ਗਦਰੀ ਸੀ ਤੁਰ ਪਏ। ਸੋਹਣ ਸਿੰਘ ਭਖਣਾ ਗਦਰ ਦੀ ਗੂੰਜ ਨੂੰ ਲੈ ਕੇ ਜਦ ਗਦਰੀ ਸੀ। ਸੋਹਣ ਸਿੰਘ ਭਖਣਾ, ਹਰਨਾਮ ਸਿੰਘ ਟੁੰਡੀਲਾਟ ਤੇ ਕਰਤਾਰ ਸਰਾਭਿਆਂ ਨੇ ਉਹ ਬ੍ਰਿਟਿਸ਼ ਸਾਮਰਾਜ ਨੂੰ ਸੀ ਕਿਵੇਂ ਵਕਤ ਪਾਇਆ ਹੈ। ਵਾਹ ਜੀ ਬਹੁਤ ਤੇ ਕਰਤਾਰ ਸਰਾਭਿਆਂ ਨੇ ਬ੍ਰਿਟਿਸ਼ ਸਾਮਰਾਜ ਨੂੰ ਸੀ ਕਿਵੇਂ ਵਕਤ ਪਾਇਆ ਹੈ। ਉਹ ਪੈ ਗਈਆਂ ਸਨ ਦੰਦਲਾਂ ਮੇਮਾਂ ਨੂੰ ਬੰਗਲੇ ਬੈਠਿਆਂ, ਪੈ ਗਈਆਂ ਸਨ ਦੰਦਲਾਂ ਮੇਮਾਂ ਨੂੰ ਬੰਗਲੇ ਬੈਠਿਆਂ। ਉਹ ਦਿਹਾੜਿਆ ਇਨਕਲਾਬ ਸੀ ਭਗਤ ਸਿੰਘ ਸਰਦਾਰ ਨੇ ਉਹ ਜਿੱਦੇ ਸਾਂਡਰਸ ਝਟਕਾਇਆ ਹੈ। ਭਗਤ ਸਿੰਘ ਸਰਦਾਰ ਨੇ ਜਿੱਥੇ ਸਾਂਡਰਸ ਝਟਕਾਇਆ ਹੈ। ਇਤਿਹਾਸ ਦਾ ਇਤਿਹਾਸ ਚੋਂ ਇਹ ਚੰਦਰਾ ਦਿਨ ਮੁੜ ਮੁੜ ਕੇ ਪਤਾ ਨਹੀਂ ਕਿਉਂ ਪੰਜਾਬ ਦੇ ਹੀ ਹਿੱਸੇ ਆਇਆ ਹੈ। ਉਹ ਬਿਲਕੁਲ ਬੜਾ ਦਰਦ ਪੰਜਾਬ ਦੇ ਹਿੱਸੇ ਹੀ ਆਉਂਦਾ ਤੇ ਇਹ ਲਗਾਤਾਰ ਸੰਘਰਸ਼ ਜਿਹੜਾ ਆ ਵਾਕਈ ਬਿਲਕੁਲ ਸਹੀ ਗੱਲ ਹੈ। ਤੇ ਪੰਜਾਬ ਦੇ ਲਈ ਮੈਂ ਇੱਕ ਮੇਰੇ 5 ਮਿੰਟ ਹੋ ਗਏ ਜੀ, ਜਾਂ ਮੈਂ ਕਹਿ ਸਕਦਾ? ਨਹੀਂ, ਤੁਹਾਨੂੰ ਅਗਲੇ ਰਾਊਂਡ ਚ ਆ ਜਾਓ। ਹੁਣ ਇੰਦਰਜੀਤ ਹੋਣਾ ਨੇ ਆਉਣਾ ਜੀ। ਹਾਂ ਜੀ, ਆਉਣ ਦੋ ਵੈਰੀ ਗੁੱਡ। ਨਹੀਂ ਮੈਂ ਤਾਂ ਹੀ ਮੈਂ ਥੈਂਕ ਯੂ ਜੀ। ਤੇ ਬਹੁਤ ਵਧੀਆ ਜੀ, ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਸਤਿ ਸ੍ਰੀ ਅਕਾਲ। ਤੇ ਆਪਣੀ ਕੋਸ਼ਿਸ਼ ਆ, ਪਹਿਲਾਂ ਧੰਨਵਾਦ ਸਾਡੇ ਹੋਸਟ ਗੁਰਿੰਦਰ ਤੂਰ ਜੀ ਦਾ ਤੇ ਸਾਡੀ ਜਿਹੜੀ ਟੀਮ ਆ ਵਰਿੰਦਰ ਰੂਬੀ ਜੀ ਤੇ ਸਾਡੇ ਅਮਰਜੀਤ ਬਾਈ ਜੀ, ਜਿਨ੍ਹਾਂ ਨੇ ਚਰਚਾ ਵਿਸ਼ੇ ਤੇ ਸਾਨੂੰ ਹਮੇਸ਼ਾ ਹੀ ਮਾਣ ਬਖਸ਼ਿਆ ਗੱਲਬਾਤ ਕਰਨ ਦਾ। ਤੇ ਆਪਣਾ ਸਾਰਿਆਂ ਦਾ ਹੀ ਦੂਰ ਨੇੜੇ ਬਾਹਰ ਅੰਦਰ ਦੇਸ਼ ਵਿਦੇਸ਼ ਵਿੱਚ ਬੈਠੇ ਵੀਰ ਆ ਜੋ ਸਾਰਿਆਂ ਦਾ ਦਿਲ ਧੜਕਦਾ ਕਿਸਾਨੀ ਮੋਰਚੇ ਨਾਲ, ਕਿਸਾਨਾਂ ਦੀਆਂ ਜੋ ਜਾਇਜ਼ ਹੱਕੀ ਮੰਗਾਂ ਨੇ ਉਹ ਛੇਤੀ ਤੋਂ ਛੇਤੀ ਪੂਰੀਆਂ ਹੋਣ। ਸਾਡੀ ਇਹ ਕੋਸ਼ਿਸ਼ ਵੀ ਆ, ਸਾਡੀ ਇਹੀ ਪੁਕਾਰ ਆ, ਇਹੀ ਸਾਡੀ ਅਰਦਾਸ ਆ। ਤੇ ਇਹਦੇ ਕਰਕੇ ਹੀ ਆਪਾਂ ਸਾਰੇ ਸਿਰ ਜੋੜ ਕੇ ਬੈਠੇ ਆ। ਸੋ ਇਹਦੇ ਲਈ ਹਰ ਬੰਦਾ ਹੀਲਾ ਕਰ ਰਿਹਾ, ਪਰ ਕਈ ਇਹੋ ਜਿਹੇ ਵੀ ਨੇ ਰੂਹਾਂ ਜਿਨ੍ਹਾਂ ਦਾ ਇਸ ਮਸਲੇ ਦੇ ਨਾਲ ਤਾਂ, ਕਿਉਂਕਿ ਪਹਿਲੀ ਗੱਲ ਜੋ ਵੀ ਇਨਸਾਨੀਅਤ ਦਾ ਮਸਲਾ ਉਹਦੇ ਨਾਲ ਤਾਂ ਸਾਰੇ ਸੰਬੰਧ ਰੱਖਦੇ ਨੇ, ਪਰ ਕਈਆਂ ਦੀ ਬੋਲੀ ਦੀ ਸਾਂਝ ਨਹੀਂ ਜਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਦੇਸ਼ ਕਿੱਥੇ, ਪਰ ਉਹ ਫਿਰ ਵੀ ਹਾਂ ਦਾ ਨਾਰਾ ਮਾਰਦੇ ਨੇ। ਮੈਂ ਜਿਹੜੇ ਸਾਡੇ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਆ, ਉਹ ਉੱਥੋਂ ਦੀਆਂ ਜੋ ਕੁੜੀਆਂ ਨੇ, ਉਹਨਾਂ ਨੇ ਜੋ ਸਾਡੇ ਇਸ ਸੰਘਰਸ਼ ਪ੍ਰਤੀ ਹਾਂ ਦਾ ਨਾਮ ਮਾਰਿਆ, ਉਹਦੇ ਵਾਸਤੇ ਮੈਂ ਕੱਲ 2 ਲਾਈਨਾਂ ਲਿਖੀਆਂ ਸੀ, ਉਸ ਨੂੰ ਸੁਣਾਉਣਾ ਜੀ। ਕਿ ਜੁਗ ਜੁਗ ਜੀਓ ਕੁੜੀਓ ਚਿੜੀਓ। ਥੈਂਕ ਯੂ ਜੀ। ਜੁਗ ਜੁਗ ਜੀਓ ਕੁੜੀਓ ਚਿੜੀਓ, ਹੁਣ ਨਾ ਤੁਸੀਂ ਵਿਚਾਰੀਆਂ ਕੋਈ, ਅੱਜ ਦੇਖੋ ਤੁਹਾਡੀ ਹਿੰਮਤ ਦੀ ਹੈ ਥਾਂ ਥਾਂ ਜੱਗ ਵਿੱਚ ਚਰਚਾ ਹੋਈ। ਵਾਹ ਵਾਹ। ਉਮਰ ਤਰੀਕੇ ਦੀ ਮੈਂ ਚਾਹਵਾਂ, ਉਮਰ ਤਰੀਕੇ ਦੀ ਮੈਂ ਚਾਹਵਾਂ, ਲੱਗ ਜਾਵੇ ਮੇਰੀ ਜੋ ਵੀ ਰਹਿੰਦੀ, ਲੋੜ ਪਈ ਤਲਵਾਰ ਵੀ ਚੁੱਕਣ ਜੋ ਹੱਥਾਂ ਤੇ ਲੱਗਦੀ ਮਹਿੰਦੀ। ਲੋੜ ਪਈ ਤਲਵਾਰ ਵੀ ਚੁੱਕਣ ਜੋ ਹੱਥਾਂ ਤੇ ਲੱਗਦੀ ਮਹਿੰਦੀ। ਜੀ ਵੀਰ, ਬਿਲਕੁਲ ਜੀ। ਸੋ ਅਸੀਂ ਸਾਰੇ ਹੀ ਉਹਨਾਂ ਮਹਾਨ, ਮੈਂ ਤਾਂ ਇਹੀ ਕਹੂੰਗਾ ਮਹਾਨ ਸ਼ਖਸੀਅਤਾਂ ਦਾ, ਮਹਾਨ ਰੂਹਾਂ ਦਾ ਦਿਲੋਂ ਸਤਿਕਾਰ ਕਰਦੇ ਆ, ਪਿਆਰ ਕਰਦੇ ਆ, ਜਿਨ੍ਹਾਂ ਨੇ ਸਾਡੇ ਕਿਸਾਨ ਹਿੱਤਾਂ ਦੇ ਲਈ ਆਹ ਦਾ ਨਾਰਾ ਮਾਰਿਆ। ਤੇ ਹੁਣ ਮੈਂ ਇੱਕ ਥੋੜਾ ਮਾਹੌਲ ਨੂੰ ਤਰੰਨਮ ਦੇ ਵਿੱਚ ਚੇਂਜ ਕਰਦਾ ਕਿ ਇਹ ਜੋ ਅੱਜ ਸਾਡੇ ਵੀਰ ਭੈਣਾਂ, ਮਾਪੇ, ਬਜ਼ੁਰਗ, ਬੱਚੇ ਉੱਥੇ ਠੰਡ ਵਿੱਚ 2 ਮਹੀਨੇ ਤੋਂ ਉੱਪਰ ਵੀ ਹੋ ਗਏ ਹੁਣ ਤੇ ਪਹਿਲਾਂ ਵੀ ਪੰਜਾਬ ਦੇ ਵਿੱਚ ਬੈਠੇ ਸੀ, ਕਿ ਉਹਨਾਂ ਦਾ ਜੋ ਉੱਥੇ ਤੱਕ ਪਹੁੰਚਣ ਦਾ ਹਾਲ ਕੀ ਸੀ ਪਿਛਲੇ ਕਈ ਸਾਲਾਂ ਤੋਂ। ਇਹ ਨਹੀਂ ਕਿ 5 ਮਹੀਨੇ ਤੋਂ ਹੋਇਆ, ਪਿੱਛੇ ਜੋ ਹਾਲ ਹੋਈ ਸੀ ਤੇ ਉਹਦੇ ਬਾਰੇ ਮੈਂ ਲਗਾਤਾਰ ਬੋਲਦਾ ਉਹਨਾਂ, ਲਿਖਦਾ ਉਹਨਾਂ, ਤੇ ਉਹ ਮੈਂ ਇੱਕ 93 ਸੁਣਾਉਣਾ ਤੇ ਕਬੂਲ ਕਰਿਓ ਜੀ। ਜੀ ਜੀ। ਅੱਛਾ। ਉਹ ਚੋਰਾਂ ਠੱਗਾਂ ਡਾਕੂਆਂ ਮਚਾਈ ਹਾਹਾਕਾਰੇ, ਚੋਰਾਂ ਠੱਗਾਂ ਡਾਕੂਆਂ ਮਚਾਈ ਹਾਹਾਕਾਰੇ, ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਚੋਰਾਂ ਠੱਗਾਂ ਡਾਕੂਆਂ ਮਚਾਈ ਹਾਹਾਕਾਰੇ, ਭਾਈ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ। ਲੋਕਾਂ ਮੂੰਹੋਂ ਕੱਢ ਕੇ ਸ਼ਾਹਾਂ ਦੇ ਢਿੱਡੀ ਪਾ ਰਹੇ, ਰਾਜ ਨਹੀਂ ਸੇਵਾ ਕਹਿ ਕੇ ਮੂਰਖ ਬਣਾ ਰਹੇ,
ਲੋਕਾਂ ਮੂੰਹੋਂ ਕੱਢ ਕੇ ਸ਼ਾਹਾਂ ਦੇ ਢਿੱਡੀ ਪਾ ਰਹੇ, ਰਾਜ ਨਹੀਂ ਸੇਵਾ ਕਹਿ ਕੇ ਮੂਰਖ ਬਣਾ ਰਹੇ। ਫਾਹਾ ਲੈ ਕਿਸਾਨ ਇੰਨਾ ਕਰਤਾ ਲਾਚਾਰੇ, ਭਾਈ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ। ਜੀਓ ਗਰੇਵਾਲ ਸਾਹਿਬ। ਥੈਂਕ ਯੂ ਜੀ। ਉਹ ਬਹੁਤ ਬਹੁਤ। ਝੂਠੇ ਵਾਅਦੇ ਲਾਰੇ ਲਾ ਕੇ ਅੱਖੀਂ ਕੱਟਾ ਪਾਉਂਦੇ ਨੇ, ਝੂਠੇ ਵਾਅਦੇ ਲਾਰੇ ਲਾ ਕੇ ਅੱਖੀਂ ਘੱਟਾ ਪਾਉਂਦੇ ਨੇ। ਚੋਰਾਂ ਸੰਗ ਰਲ ਮਿਲ ਦੇਸ਼ ਨੂੰ ਲੁਟਾਉਂਦੇ ਨੇ। ਓਏ ਹੱਥੀ ਭਾਰ ਬੋਰੀਆਂ ਚੁਕਾਉਂਦਾ ਚੌਂਕੀਦਾਰ ਏ, ਚੋਰਾਂ ਹੱਥੀ ਭਾਰ ਬੋਰੀਆਂ ਚੁਕਾਉਂਦਾ ਚੌਂਕੀਦਾਰ ਏ। ਲੋਕੋ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰ ਏ, ਭਾਈ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰ ਏ। ਭਗਤ ਸਰਾਬੇ ਸਾਲ ਬਾਅਦ ਚੇਤੇ ਆਉਂਦੇ ਨੇ, ਭਗਤ ਸਰਾਬੇ ਸਾਲ ਬਾਅਦ ਚੇਤੇ ਆਉਂਦੇ ਨੇ। ਦੁੱਧ ਨਾ ਨਹਾ ਕੇ ਬੁੱਤ ਬਸ ਹਾਰ ਪਾਉਂਦੇ ਨੇ। ਕੋਈ ਹੀਰੋਆਂ ਨੂੰ ਫਾਂਸੀ, ਕੋਈ ਹੀਰੋਆਂ ਨੂੰ ਫਾਂਸੀ ਬੈਠੇ ਗੰਦੀਏ ਗਦਾਰੇ, ਉਹ ਤਾਂ ਹੀ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਭਾਈ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ। ਉਹ ਬੈਰੀਆਂ ਦੇ ਘਰ ਜਾ ਕੇ ਯੋਧੇ ਸੌਦਾ ਲਾਇਆ ਸੀ, ਊਧਮ ਸਿਉ ਨੇ ਪੂਰਾ ਲੰਡਨ ਕੰਬਾਇਆ ਸੀ। ਉਹ ਗਿੱਦੜਾਂ ਤੇ ਭਾਰੂ ਪਿਆ ਸਿੰਘ ਸਰਦਾਰੇ, ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਭਾਈ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ। ਉਹ 75 ਸਹੂਲਤਾਂ ਚੁਣਾਵੀ ਬਸ ਚੰਨ ਨੇ, 75 ਸਹੂਲਤਾਂ ਚੁਣਾਵੀ ਬਸ ਚੰਨ ਨੇ। ਸੋਚ ਇੱਕੋ ਲੁੱਟਣੇ ਦੀ ਚਿਹਰੇ ਭਿੰਨ ਭਿੰਨ ਨੇ। ਉਹ ਲੋਕ ਖਰਬੂਜੇ ਨੇਤਾ ਛੁਰੀ ਜੀ ਦੋ ਧਾਰੇ, ਭਾਈ ਆਪਣੇ ਸਮਾਨ ਦੀ ਸੰਭਾਰੀ ਜ਼ਿੰਮੇਵਾਰੇ, ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ। ਉਹ ਕਲਮ ਜੋ ਸਰਕਾਰ ਦੀ ਕਰਤੂਤ ਨੂੰ ਬੰਗਾਰ ਦੀ, ਕਲਮ ਜੋ ਸਰਕਾਰ ਦੀ ਕਰਤੂਤ ਨੂੰ ਬੰਗਾਰ ਦੀ। ਜਬਰ ਬੜੇ ਦੋਸਤੋ ਉਹ ਕਲਮ ਹੈ ਸਹਾਰ ਦੀ, ਗੁਣ ਗਾਵੇ ਸਰਕਾਰੀ ਉਹੀ ਵੱਡਾ ਸਾਹਿਤਕਾਰ ਏ, ਪਰ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ। ਲਾਸਟ ਜਾ ਕੇ ਭਾਈ ਉਹ ਵੀ ਕੋਈ ਕਵੀ ਏ ਹਰੀ ਕੇ ਭੁਲੇਖਾ ਖਾ ਗਿਆ, ਕਿ ਉਹ ਵੀ ਕੋਈ ਕਵੀ ਏ ਹਰੀ ਕੇ ਭੁਲੇਖਾ ਖਾ ਗਿਆ। ਐਵੇਂ ਤੁਕਬੰਦੀ ਕਰ ਟੋਟ ਕੇ ਸੜਾ ਗਿਆ। ਉਹ ਆਈ ਜੀ ਚਲਾਈ ਹਵਾ ਵਿੱਚ ਤਲਵਾਰੇ, ਪਰ ਜਾਗਦੇ ਰਹੋ ਕਿਉਂਕਿ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰੇ, ਭਾਈ ਆਪਣੇ ਸਮਾਨ ਦੀ ਸਵਾਰੀ ਜ਼ਿੰਮੇਵਾਰ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਸਾਰਿਆਂ ਦਾ। ਬਹੁਤ ਸੋਹਣਾ ਰੰਗ ਪੇਸ਼ ਕੀਤਾ ਜੀ, ਬਹੁਤ ਸ਼ੁਕਰੀਆ ਜੀ। ਬਾਕੀ ਅਗਲੇ ਭਾਗ ਦੇ ਵਿੱਚ ਹੁਣ ਮੈਂ ਬੇਨਤੀ ਕਰਾਂ ਖਾਲਦ ਜੀ ਨੂੰ, ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਇੱਕ ਦੋ ਗੱਲਾਂ ਮੈਂ ਜ਼ਰੂਰ ਕਰਨੀਆਂ ਚਾਹੁੰਦਾ, ਕਿਉਂਕਿ ਜਾਣਕਾਰੀ ਹੋ ਜਾਵੇ, ਜਾਣ ਪਹਿਚਾਣ ਪੂਰੀ ਹੋ ਜਾਂਦਾ ਹੈ ਕਿ ਬੰਦੇ ਦੀ ਜਿਹੜੀ ਸ਼ਖਸੀਅਤ ਆ ਉਹਦਾ। ਅਸੀਂ ਇੱਕ ਵਾਰੀ ਨਵਾਂਸ਼ਹਿਰ ਬੈਠੇ, ਖਾਲਦ ਜੀ ਆਏ ਜੰਮੂ ਤੋਂ, ਇੱਕ ਸਾਡਾ ਦੋਸਤ ਆ ਗਿਆ DSP ਸੀ, ਉਹ ਵੀ ਕ੍ਰਿਸਚਨ ਸੀ ਦਿੱਲੀ ਤੋਂ। ਇੱਕ ਸਾਡਾ ਦੋਸਤ ਹਿੰਦੂ ਆ ਗਿਆ ਤੇ ਉਧਰੋਂ ਕਾਲ ਆਈ, ਬਲੱਡ ਬੈਂਕ ਉੱਥੇ ਇੱਕ ਚੈਰਿਟੀ ਦਾ ਹੈ ਭਾਈ ਕਨਈਆ ਮਿਸ਼ਨ ਤੇ, ਕਾਫੀ ਵੱਡਾ ਬਲੱਡ ਬੈਂਕ ਆ। ਤੋ ਉਹ ਆਇਆ ਕਿ ਬਲੱਡ ਹੈ ਨਹੀਂ, ਤਾਂ ਅਸੀਂ ਸਾਰੇ ਬੈਠੇ ਸੀ ਤੇ ਖਾਲਦ ਜੀ ਕਹਿੰਦੇ ਵੀ ਚਲੋ ਖੂਨਦਾਨ ਕੈਂਪ ਲਾਈਏ। ਤਾਂ ਉਹ ਇੱਕ ਐਸਾ ਖੂਨਦਾਨ ਕੈਂਪ ਲੱਗਾ, ਉਹਦੇ ਵਿੱਚ ਅਸੀਂ ਫਿਰ ਲਿਖਿਆ ਹਿੰਦੂ ਮੁਸਲਿਮ ਸਿੱਖ ਈਸਾਈ ਚੌਹਾਂ ਨੇ
ਪਹਿਲਾਂ ਖੂਨਦਾਨ ਕੀਤਾ, ਫਿਰ ਉੱਥੇ ਕਾਫੀ ਜਣੇ ਮੋਟੀਵੇਟ ਹੋ ਗਏ ਔਰ ਉਹ ਬੜਾ ਕੈਂਪ ਕਾਮਯਾਬ ਰਿਹਾ। ਇੱਕ ਤਾਂ ਗੱਲ ਮੈਨੂੰ ਇਹਨਾਂ ਦੀ ਇਹ ਯਾਦ ਆ। ਦੂਸਰੀ ਗੱਲ ਇਹ ਯਾਦ ਸੀ ਕਿ ਇਹਨਾਂ ਨੇ ਜਿਸ ਵੇਲੇ ਡਿਪਟੀ ਕਮਿਸ਼ਨਰ ਪੁੰਛ ਰਹੇ, ਬੜਾ ਉਹ ਅਹਿਮ ਜ਼ਿਲ੍ਹਾ ਸੀ ਔਰ ਜਿਸ ਵੇਲੇ ਅੱਤਵਾਦ ਬੜਾ ਵੱਧ ਗਿਆ ਤਾਂ ਜਿਸ ਵੇਲੇ ਆਰਮੀ ਐਕਸ਼ਨ ਕਰਦੀ ਸੀ ਪਿੰਡਾਂ 'ਚ ਤੇ ਦੂਸਰੇ ਦਿਨ ਨੌਜਵਾਨ ਮੁੰਡੇ ਦੌੜ ਜਾਂਦੇ ਸੀ, ਆਉਂਦੇ ਨਹੀਂ ਸੀ, ਉਹ ਗਲਤ ਪਾਸੇ ਚਲੇ ਜਾਂਦੇ ਸੀ। ਸੋ ਇਹਨਾਂ ਨੇ ਸੋਚਿਆ ਵੀ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦਾ ਦਿਲ ਜਿਹੜਾ ਨਰਮ ਕਰੀਏ। ਤਾਂ ਇਹਨਾਂ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਮੁਸ਼ਾਇਰੇ ਸ਼ੁਰੂ ਕੀਤੇ, ਕਵੀ ਦਰਬਾਰ ਸ਼ੁਰੂ ਕੀਤੇ, ਉਹਨਾਂ ਮੁੰਡਿਆਂ ਨੂੰ ਲਿਆਉਂਦੇ ਸੀ ਔਰ ਇਹਨਾਂ ਇਹ ਇੰਪ੍ਰੈਸ ਕਰਦੇ ਸੀ ਉਹਨਾਂ ਨੂੰ ਮੁੱਖ ਧਾਰਾ 'ਚ ਜੋੜਨ ਲਈ। ਜਿੰਨਾ ਇੱਕ ਪੂਰੇ ਹਿੰਦੁਸਤਾਨ 'ਚ ਇਸ ਡਿਪਟੀ ਕਮਿਸ਼ਨਰ ਨੇ ਕੰਮ ਕੀਤਾ, ਉਹ ਬੱਚਿਆਂ ਨੂੰ ਮੁੱਖ ਧਾਰਾ 'ਚ ਲੈ ਆਏ, ਉਹਨਾਂ ਨੂੰ ਕੰਮ ਤੇ ਲਾਇਆ ਔਰ ਅੱਤਵਾਦ ਨੂੰ ਠੱਲ ਪਾਈ। ਸੋ ਇੱਕ ਐਗਜ਼ਾਮਪਲ ਤਾਂ ਉਹਨਾਂ ਦੀ ਉਹ ਸੀ। ਇੱਕ ਜਿਸ ਤਰ੍ਹਾਂ ਵਾਜਪਾਈ ਸਾਹਿਬ ਪ੍ਰਾਈਮ ਮਿਨਿਸਟਰ ਨੇ ਅੰਮ੍ਰਿਤਸਰ ਤੋਂ ਲਾਹੌਰ ਬੱਸ ਦੇ ਵਿੱਚ ਸਫ਼ਰ ਕਰਕੇ ਇੱਕ ਉਹ ਲਾਂਘਾ ਖੋਲਿਆ ਸੀ, ਇੱਕ ਪੂਰੀ ਦੁਨੀਆ ਦੀ ਚੀਜ਼ ਪੈਦਾ ਕੀਤੀ ਸੀ। ਇਸੇ ਤਰ੍ਹਾਂ ਦੀ ਪੈਦਾ ਹੋਈ ਜਦੋਂ ਮੁਜ਼ੱਫਰਾਬਾਦ ਜਿਹੜਾ POK ਆ, ਪਾਕਿਸਤਾਨ ਆਕੂਪਾਈਡ ਕਸ਼ਮੀਰ ਆ, ਉਹਦੇ 'ਚ ਫੈਸਲਾ ਹੋਇਆ ਕਿ ਉੱਥੋਂ ਸ਼੍ਰੀਨਗਰ ਤੋਂ ਬੱਸ ਚੱਲੇਗੀ, ਉੱਥੇ ਜਾਏਗੀ। ਇੱਕ ਅਫਸਰ ਚਾਹੀਦਾ ਦਲੇਰ ਜਿਹੜਾ ਕਿ ਪੂਰਾ ਉਹਦਾ ਇੰਚਾਰਜ ਹੋਵੇ, ਉਹ ਕੋਈ ਵੀ ਨਾ ਮੰਨੇ, ਕਿਉਂਕਿ ਅੱਤਵਾਦੀਆਂ ਨੇ ਕਿਹਾ ਅਸੀਂ ਪੂਰੀ ਬੱਸ ਉਡਾਵਾਂਗੇ, ਜਿਹੜਾ ਉਹ ਪੁਲ ਬਣਾਇਆ ਸੀ ਸੇਤੂ ਅਸੀਂ ਉਹਨੂੰ ਉਡਾ ਦਿਆਂਗੇ। ਲੇਕਿਨ ਇਹ ਫਿਰ ਅੱਗੇ ਆਏ, ਉਸ ਬੱਸ ਨੂੰ ਲੈ ਕੇ ਗਏ, 7 ਦਿਨ ਫਿਰ ਉੱਥੇ ਰਹੇ ਮੁਜ਼ੱਫਰਾਬਾਦ। ਸਾਰੇ ਜੋ ਵੀ ਇਹਨਾਂ ਨੇ ਸਰਵੇ ਗਵਰਨਮੈਂਟ ਨੂੰ ਰਿਪੋਰਟ ਦੇਣੀ ਸੀ। ਸੋ ਬੜੀ ਬਹਾਦਰੀ ਕੀਤੀ। ਜਿਹੜੀ ਪਹਿਲੀ ਬੱਸ ਚੱਲੀ ਉੱਥੋਂ ਸ਼੍ਰੀਨਗਰ ਤੋਂ ਮੁਜ਼ੱਫਰਾਬਾਦ, ਉਹ ਖਾਲਦ ਜੀ ਲੈ ਕੇ ਗਏ। ਸੋ ਹੁਣ ਮੈਂ ਬੇਨਤੀ ਕਰਾਂਗਾ ਖਾਲਦ ਜੀ ਨੂੰ ਕਿ ਉਹ ਆਪਣਾ ਅਗਲਾ ਰੰਗ ਪੇਸ਼ ਕਰਨਗੇ। ਮਾਨਯੋਗ ਖਾਲਦ ਜੀ। ਦੇਖੋ ਜੀ, ਜਿਹੜੀ ਗੱਲ ਤਾਂ ਹੀ ਬਣਨੀ ਹੈ ਜਿਸਲੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਅਮਨ ਕਾਇਮ ਹੋਏ, ਜਿਸਲੇ ਦੋਵੇਂ ਮੁਲਕਾਂ ਦੇ ਲੋਕ ਜਿਹੜਾ ਆਪਸ ਵਿੱਚ ਮਿਲਣ, ਇੱਕ ਦੂਜੇ ਨਾਲ ਕਾਰੋਬਾਰ ਕਰਨ, ਇੱਕ ਦੂਜੇ ਦੇ ਦੁੱਖ ਦਰਦਾਂ ਨੂੰ ਸਹਿਣ, ਖੁਸ਼ੀਆਂ ਮਾਣਨ, ਦੁੱਖ ਮਾਣਨ। ਕਿਉਂਕਿ ਨਸਲ ਇੱਕੋ ਹੀ ਹੈ, ਸਾਡਾ ਸੱਭਿਆਚਾਰ ਇੱਕ ਹੈ, ਸਾਡੀ ਨਸਲ ਇੱਕ ਹੈ, ਸਾਡਾ ਖੂਨ ਇੱਕ ਹੈ, ਸਾਡਾ ਨਸਲ ਵੀ ਇੱਕ ਹੈ ਖਾਲਦ ਜੀ, ਨਸਲ ਵੀ ਇੱਕ ਹੈ, ਅਸਲ ਵੀ ਇੱਕ ਹੈ। ਸਾਡਾ ਵਸੇਬ ਇੱਕੋ ਹੀ ਹੈ। ਇਸ ਕਰਕੇ ਇਹ ਜਿਹੜੀਆਂ ਨਾ ਇਹ ਵੰਡੀਆਂ ਪਾਉਣ ਨਾਲ ਗੱਲ ਨਹੀਂ ਬਣਨੀ। ਗੱਲ ਬਣਨੀ ਹੈ ਆਪਸ ਵਿੱਚ ਮਿਲ ਬਹਿ ਕੇ ਆਪਣੇ ਜਿਹੜੇ ਕੋਈ ਮਸਲੇ ਨੇ ਉਹਨਾਂ ਨੂੰ ਹੱਲ ਕਰੋ ਤੇ ਰਸਤੇ ਖੋਲੋ ਤਾਂ ਕਿ ਲੋਕੀ ਆਉਣ ਜਾਣ। ਕਈ ਨਸਲਾਂ ਜਿਹੜੀਆਂ ਸਾਡੀਆਂ ਬਜ਼ੁਰਗਾਂ ਦੀਆਂ ਉਹ ਖਤਮ ਹੋ ਗਈਆਂ ਆਪਣੇ ਇਲਾਕੇ ਵਿੱਚ, ਆਪਣੇ ਘਰਾਂ ਨੂੰ ਦੇਖਣ ਵਾਸਤੇ। ਜਿਹੜੇ ਬੰਦੇ 47 ਵਿੱਚ ਉਜੜ ਕੇ ਸਾਡੇ ਵਾਲੇ ਪਾਸੇ ਆਏ, ਯਾਨੀ ਚੜ੍ਹਦੇ ਪੰਜਾਬ ਵਿੱਚ ਆਏ, ਤੇ ਉਹ ਜਦ ਵੀ ਮੈਂ ਲਾਹੌਰ ਗਿਆ ਜਾਂ ਜਿੱਥੇ ਵੀ ਗਿਆ ਉਹ ਕਹਿੰਦੇ ਸਨ ਸਾਨੂੰ ਇੱਕ ਵਾਰੀ ਲੈ ਚੱਲ, ਅਸੀਂ ਆਪਣਾ ਘਰ ਦੇਖਣਾ ਚਾਹੁੰਦੇ ਹਾਂ, ਸਾਨੂੰ ਉੱਥੇ ਦੀ ਮਿੱਟੀ ਲਿਆ ਦੇ ਆਪਣੇ ਘਰਾਂ ਦੀ, ਆਪਣੇ ਇਲਾਕੇ ਦੀ। ਇਸੋ ਤਰ੍ਹਾਂ ਜਦ ਮੈਂ ਕਦੀ ਚੜ੍ਹਦੇ ਲਹਿੰਦੇ ਪੰਜਾਬ ਵੱਲ ਗਿਆ ਤੇ ਮੈਨੂੰ ਇੱਥੇ ਦੇ ਆਪਣੇ ਸਿੱਖ ਤੇ ਹਿੰਦੂ ਭਾਈ ਕਹਿਣ ਕਿ ਯਾਰ ਸਾਡਾ ਘਰ ਫਲਾਣੀ ਜਗ੍ਹਾ ਸੀ, ਅਸੀਂ ਮੀਰਪੁਰ ਦੇ ਰਹਿਣ ਵਾਲੇ ਹਾਂ, ਅਸੀਂ ਉੱਥੇ ਦੇ ਬਾਗ ਦੇ ਰਹਿਣ ਵਾਲੇ ਹਾਂ, ਅਸੀਂ ਰਾਵਲਪਿੰਡੀ ਦੇ ਰਹਿਣ ਵਾਲੇ ਹਾਂ, ਸਾਨੂੰ ਯਾਰ ਉੱਥੇ ਦੀ ਮਿੱਟੀ ਲਿਆ ਦੇ। ਇਹ ਜਿਹੜਾ ਉਹ ਵਿਚਾਰੇ ਯਾਨੀ ਸਹਿ ਕੇ ਮਰ ਗਏ ਵਿਚਾਰੇ, ਲੇਕਿਨ ਉਹ ਆਪਣੇ ਇਲਾਕਾ ਹੀ ਨਹੀਂ ਜਾ ਸਕੇ। ਤੇ ਜਿਹੜੀ ਨਵੀਂ ਨਸਲ ਹੈ ਉਹਨਾਂ ਵਿੱਚ ਦੀਵਾਰਾਂ ਖੜੀਆਂ ਨਾ ਕਰੋ, ਉਹਨਾਂ ਵਿੱਚ ਪਿਆਰ ਮੁਹੱਬਤ ਜਿਹੜੀ ਹੈ ਉਹਨੂੰ ਪਿਆਰ ਮੁਹੱਬਤ ਦੇ ਫੁੱਲਾਂ ਨੂੰ ਜਿਹੜਾ ਨਾ ਉਹ ਉਗਣ ਦਿਓ, ਉਹ ਫੁੱਲ ਜਿਹੜੇ ਖਿੜਨ ਦਿਓ ਤਾਂ ਕਿ ਅਸੀਂ ਇੱਕ ਦੂਜੇ ਨੂੰ ਮਿਲੀਏ। ਇਹ ਜਿਹੜੇ ਮਸਲੇ ਖੜੇ ਕੀਤੇ ਦੇ ਨੇ, ਸਭ ਤੋਂ ਵੱਡਾ ਜਿਹੜਾ ਮਸਲਾ ਸਾਡੇ ਇਸ ਲਈ ਅਸੀਂ ਜਿਹੜਾ ਭੋਗ ਰਹੇ ਹਾਂ ਜੇ ਉਹ ਹਿੰਦੂ ਮੁਸਲਮਾਨ ਦੀ ਨਫ਼ਰਤ ਦਾ। ਔਰ ਇਹ ਨਫ਼ਰਤ ਜਿਹੜੇ ਫੈਲਾ ਰਹੇ ਨੇ, ਰੱਬ ਇਹਨਾਂ ਨੂੰ ਅਕਲ ਦੇਵੇ ਤਾਂ ਕਿ ਇਹ ਆਪਣੀ ਕਰਤੂਤਾਂ ਤੋਂ ਬਾਜ਼ ਆਣ। ਕਿਉਂਕਿ ਬਾਗ ਜਿਹੜਾ ਨਾ, ਬਾਗ ਤਾਂ ਚੰਗਾ ਲੱਗਦਾ ਕਿ ਜਿਹਦੇ ਵਿੱਚ ਰੰਗ ਬਿਰੰਗੇ ਫੁੱਲ ਹੋਣ। ਜੇ ਉਹਦੇ ਇੱਕੋ ਫੁੱਲ ਹੋਏਗਾ ਤੇ ਬਾਗ ਨਹੀਂ ਹੋਏਗਾ, ਉਹ ਬਾਗ ਨਹੀਂ ਹੈ। ਬਾਗ ਦਾ ਨਾਂ ਹੀ ਹੈ ਫੁੱਲਾਂ ਦਾ ਬਾਗ, ਫੁੱਲਾਂ ਵਿੱਚ। ਹਾਂਜੀ, ਤੇ ਉਹ ਜਦ ਫੁੱਲ ਜਿਹੜੇ ਨੇ ਉਹ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਸਿੱਖ ਵੀ ਹੈ, ਈਸਾਈ ਵੀ ਹੈ, ਯਹੂਦੀ ਵੀ ਹੈ, ਖਾਲਦ ਜੀ ਹਰ ਲੋਕ, ਉਹ ਜਦ ਤੱਕ ਉਸ ਰੰਗ ਨੂੰ ਤੁਸੀਂ ਨਹੀਂ ਅਪਣਾਓਗੇ, ਤੁਸੀਂ ਇਹ ਸਮਝੋਗੇ ਨਹੀਂ ਜੀ ਅਸੀਂ ਹਾਂ ਬਾਕੀ ਕੋਈ ਵੀ ਨਹੀਂ ਹੈ, ਉਹ ਗੱਲ ਨਹੀਂ ਬਣਦੀ। ਖਾਲਦ ਜੀ ਇਸੇ ਕਰਕੇ ਅਲਾਮਾ ਇਕਬਾਲ ਨੇ ਸ਼ਾਇਦ ਕਿਹਾ ਸੀਗਾ
सारे जहां से अच्छा है हिंदुस्तान हमारा, हम बुलबुलें हैं इसकी ये गुलिस्तान। ये गुलिस्तान हमारा, मजहब नहीं सिखाता आपस में बैर रखना, पैर रखना हिंदी हिंदी है हम वतन है हिंदुस्तान हमारा। हाँ हमारा, वाह वाह। ਇਹ ਹਿੰਦੀ ਬਣ ਕੇ ਰਹੋ ਤੇ ਹਿੰਦੁਸਤਾਨ ਨੂੰ ਪਿਆਰ ਕਰੋ, ਲੇਕਿਨ ਇਹ ਕਿ ਦੂਜਿਆਂ ਨੂੰ ਵੀ ਰਹਿਣ ਦਿਓ, ਦੂਜਿਆਂ ਨੂੰ ਵੀ ਬਰਦਾਸ਼ਤ ਕਰੋ, ਦੂਜਿਆਂ ਦਾ ਵੀ, ਦੂਜਿਆਂ ਦੇ ਧਰਮ ਦੇ, ਦੂਜਿਆਂ ਦੇ ਅਕੀਦਿਆਂ ਨੂੰ ਬਰਦਾਸ਼ਤ ਕਰੋ। ਜੇ ਉਹ ਤੁਹਾਡੇ ਅਕੀਦੇ ਨੂੰ ਬਰਦਾਸ਼ਤ ਕਰਦੇ ਨੇ ਤੁਸੀਂ ਵੀ ਕਰੋ। ਹਰ ਬੰਦੇ ਨੂੰ ਨਹੀਂ ਫੜ ਲਓ ਪਰ ਤੂੰ ਜਿਹੜਾ ਗੱਦਾਰ ਹੈ, ਜਿਹੜਾ ਗਵਰਨਮੈਂਟ ਦੀ ਮੁਖਾਲਫਤ ਕਰਦਾ ਜਾਂ ਗਵਰਨਮੈਂਟ ਦੀ ਪਾਲਿਸੀਆਂ ਦੀ ਯਾਨੀ ਉਹਦੇ ਪਰ ਨੁਕਤਾਚੀਨੀ ਕਰਦਾ, ਉਹ ਗੱਦਾਰ ਬਣ ਜਾਂਦਾ। ਜਿਹੜਾ ਕੋਈ ਕਿਸਾਨ ਦੀ ਹੱਕ ਦੀ ਗੱਲ ਕਰਦਾ ਉਹ ਨੈਕਸਾਈਡ ਬਣ ਜਾਂਦਾ, ਉਹ ਖਾਲਿਸਤਾਨੀ ਬਣ ਜਾਂਦਾ। ਤੇ ਇਹਨਾਂ ਚੀਜ਼ਾਂ ਤੋਂ ਬਾਅਦ ਆਉਣਾ ਚਾਹੀਦਾ ਅਸੀਂ ਸਾਰੇ ਹਿੰਦੁਸਤਾਨੀ ਆ, ਦਿਲੋਂ ਹਿੰਦੁਸਤਾਨੀ ਆ। ਅਸੀਂ ਚਾਹੁੰਦੇ ਹਾਂ ਕਿ ਇਹ ਮੁਲਕ ਤਰੱਕੀ ਕਰੇ, ਇਹ ਦੁਨੀਆ ਦੇ ਵਿੱਚ ਆਪਣਾ ਨਾਮ ਪੈਦਾ ਕਰੇ। ਔਰ ਇਹ ਤਾਂ ਹੀ ਹੋ ਸਕਦਾ ਕਿ ਜੇ ਅਸੀਂ ਇੱਕ ਮੁੱਠ ਵਿੱਚ ਰਹਾਂਗੇ। ਜੇ ਮੁੱਠ ਖੋਲ ਦਿੱਤੀ ਜਾਵੇ ਬਿਖਰ ਜਾਵਾਂਗੇ ਤੇ ਇਹ ਟੋਟੇ ਟੋਟੇ ਹੋ ਜਾਏਗਾ ਮੁਲਕ। ਇਹ ਟੋਟੇ ਟੋਟੇ ਗੈਂਗ ਜਿਹੜਾ ਲੋਕ ਕਹਿੰਦੇ ਨੇ ਸਾਡੇ ਵੱਡੇ ਭਰਾ, ਇਹ ਤੇ ਮੈਨੂੰ ਲੱਗਦਾ ਇਹ ਆਪ ਨੇ ਟੋਟੇ ਟੋਟੇ ਗੈਂਗ। ਇਹ ਜੇ ਦੂਜੇ ਨੂੰ ਕਹਿੰਦੇ ਨਾ ਇਹ ਟੋਟੇ ਟੋਟੇ ਗੈਂਗ ਆਪ ਨੇ, ਇਹ ਤਾਂ ਇਹ ਟੋਟੇ ਆ ਰਹੇ ਨੇ। ਇਸ ਵਾਸਤੇ ਇਹ ਇਹਨਾਂ ਨੂੰ ਅਕਲ ਆਉਣੀ ਚਾਹੀਦੀ। ਇੱਕ ਤੇ ਇਹ ਗੱਲ ਹੈ। ਦੂਜੀ ਗੱਲ ਇਹ ਹੈ ਕਿ ਭਈ ਜਿਹੜੇ ਬੱਸ ਜਿਹੜੀ ਜਦੋਂ ਗਈ ਸੀ, ਇਹ ਮੁਸ਼ਰਫ ਦੇ ਵੇਲੇ ਔਰ ਵਾਜਪਾਈ ਨੇ ਇਸ ਹੱਦ ਤੱਕ ਨੇੜੇ ਕਰਤਾ ਸੀ ਕਸ਼ਮੀਰ ਪ੍ਰੋਬਲਮ ਨੂੰ ਹੱਲ ਕਰਨ ਦੇ ਵਾਸਤੇ। ਇੰਨੀ ਨੇੜੇ ਆ ਗਏ ਸਨ ਕਿ ਸਮਝੌਤਾ ਕਰਨ ਲੱਗੇ ਸਨ ਆਗਰਾ ਵਿੱਚ ਬਹਿ ਕੇ। ਲੇਕਿਨ ਉਹ ਜਿਹੜਾ ਸਮਝੌਤੇ ਵਾਲਾ ਕਾਗਜ਼ ਸੀ, ਜਿਹੜਾ ਰਾਤੀ 12 ਵਜੇ ਇਹਨਾਂ ਨੇ ਸਾਈਨ ਕਰਨਾ ਸੀ, ਕੁਰਸੀਆਂ ਲੱਗ ਗਈ ਦੀਆਂ ਸਨ, ਸਭ ਕੁਝ ਇੰਤਜ਼ਾਮ ਹੋ ਗਿਆ ਸੀ। ਤੇ ਉਹ ਜਨਾਬ ਵਾਜਪਾਈ ਦੇ 2 ਮਿਨਿਸਟਰ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ, ਉਹਨਾਂ ਨੇ ਉਹ ਕਾਗਜ਼ ਚੁੱਕਿਆ ਤੇ ਉਹ ਭੱਜ ਗਏ। ਤੇ 12 ਵਜੇ ਜਿਸਲੇ ਉੱਥੇ ਪੁੱਜੇ, ਉੱਥੇ ਬੰਦਾ ਨਾ ਬੰਦੇ ਜ਼ਾਤ ਮੁਸ਼ਰਫ ਹੋਰੀ ਵਾਪਸ ਚਲੇ ਗਏ। ਫਿਰ ਜਿਸਲੇ ਮਨਮੋਹਨ ਸਿੰਘ ਹੋਰੀ ਆਏ, ਫਿਰ ਦੁਬਾਰਾ ਗੱਲਬਾਤ ਹੋਈ। ਫਿਰ ਇਹ ਮਸਲਾ ਹੋਇਆ ਕਿ ਲਓ ਜੀ ਪਹਿਲੇ ਇਹ ਜਿਹੜਾ ਇੱਕ ਰਸਤਾ ਖੋਲੋ। ਉਹ ਜਿਹੜਾ ਰਸਤਾ ਖੋਲਿਆ ਗਿਆ ਉਹਦਾ ਨਾਂ ਦਿੱਤਾ ਗਿਆ ਅਮਨ ਸੇਤੂ। ਉਹ ਜਿਹੜਾ ਯਾਨੀ ਊੜੀ ਵਾਲੇ ਪਾਸੋਂ ਰਸਤਾ ਖੋਲਿਆ ਗਿਆ, श्रीनगर तो बस गई मुजफ्फराबाद तक। मैं उसका ग्रुप लीडर सा। ਅਸੀਂ ਉੱਥੇ ਜਾ ਕੇ ਵੀ ਪਿਆਰ ਮੁਹੱਬਤ ਦੀ ਗੱਲ ਕੀਤੀ, ਦੋਵਾਂ ਮੁਲਕਾਂ ਨੂੰ ਜੋੜਨ ਦੀ ਗੱਲ ਕੀਤੀ, ਕਿਉਂਕਿ ਅਸੀਂ ਇੱਕੋ ਸੱਭਿਆਚਾਰ ਦੇ ਲੋਕ ਆ, ਇੱਕੋ ਹੈ। ਅਗਰ ਜੇ ਅਸੀਂ ਚੋਰ ਆ ਤੇ ਉਹ ਵੀ ਉਨੇ ਹੀ ਚੋਰ ਹਨ, ਜਿੰਨੇ ਸ਼ਰੀਫ ਅਸੀਂ ਆ ਉਨੇ ਉਹੀ ਹਨ। ਯਾਨੀ ਸਾਡੀ ਆਦਤਾਂ ਵਿੱਚ ਕੋਈ ਫਰਕ ਨਹੀਂ। ਜਿਹੜੇ ਪਾਕਿਸਤਾਨ ਨੂੰ ਹੋ ਕੇ ਆਏ ਦੇ ਨੇ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਮੈਂ ਅੰਮ੍ਰਿਤਸਰ 'ਚ ਬੈਠੇ ਦਾ ਜਾਂ ਲਾਹੌਰ 'ਚ ਬੈਠੇ ਦਾ ਜਾਂ ਮੈਂ ਆਪਣੇ ਘਰ ਬੈਠਾ ਜਾਂ ਉੱਥੇ ਬੈਠੇ ਦਾ। ਉਹ ਕਹੇਗਾ ਮੈਂ ਇੱਕੋ ਜਿਹਾ ਰੰਗ ਆ ਸਾਰੇ ਪਾਸੇ। ਤੇ ਯਾਰ ਇਸ ਰੰਗ ਨੂੰ ਮਜ਼ਬੂਤ ਕਰੋ ਔਰ ਇੱਕ ਦੂਜੇ ਨੂੰ ਮਿਲਣ ਦਿਓ, ਪਿਆਰ ਮੁਹੱਬਤਾਂ ਪਾਉਣ ਦਿਓ। ਉਹ ਜਿਹੜਾ ਸਾਡਾ ਜਿਹੜਾ ਟ੍ਰਿਪ ਸੀ ਉਹ ਟ੍ਰਿਪ ਉਹੀ ਸੀ, ਜੋੜਨ ਵਾਲੀ ਗੱਲ ਕੀਤੀ ਸੀ। ਲੇਕਿਨ ਬਾਅਦ ਵਿੱਚ ਜਿਹੜੇ ਸਿਆਸੀ ਲੋਕ ਹਨ ਇਹਨਾਂ ਦੇ ਆਪਣੇ ਮਸਲੇ ਹੁੰਦੇ ਨੇ। ਇਹ ਮਸਲਾ ਹੈ ਹੀ ਕੱਖ ਨਹੀਂ। ਦੇਖੋ ਜੀ ਮੈਨੂੰ ਨਹੀਂ ਲੱਭਦਾ, ਮੈਂ ਇੰਨੇ ਵਾਰੀ ਉੱਥੇ ਹੋ ਕੇ ਆਇਆ ਕਿ ਭਈ ਅਸੀਂ ਉਹ ਇਲਾਕਾ ਵਾਪਸ ਲੈ ਸਕਦੇ ਹਾਂ, ਨਾ ਹੀ ਲੈਣਾ ਚਾਹੀਦਾ। ਨਾ ਉਹ ਲੈ ਸਕਦੇ ਨੇ ਸਾਡੀ 1 ਇੰਚ ਜ਼ਮੀਨ। ਤੇ ਫਿਰ ਯਾਰ ਨਾ ਤੁਸੀਂ ਦੇਣਾ ਨਾ ਤੁਸੀਂ ਲੈਣਾ, ਤੇ ਪੰਗਾ ਕੀ ਪਾਏਦਾ। ਇਹ ਜਿਹੜੀ ਸਰਹੱਦ ਹੈ ਇਸ ਨੂੰ ਤੁਸੀਂ ਬੈਨ ਅਲ-ਅਕਵਾਮੀ ਬਾਰਡਰ ਬਣਾਓ ਤੇ ਆਪਣਾ ਜਿਹੜਾ ਯਾਨੀ ਆਪਣੀ ਤਜਾਰਤ ਟ੍ਰੇਡ ਖੋਲੋ। ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੇ ਕੋਲ ਜਾਈਏ, ਤੁਹਾਡੇ ਬੱਚੇ ਸਾਡੇ ਕੋਲ ਪੜ੍ਹਨ ਆਉਣ, ਸਾਡੇ ਬੱਚੇ ਤੁਹਾਡੇ ਕੋਲ ਜਾਣ। ਇਹ ਤਾਂ ਕਿ ਨਵੀਂ ਨਸਲ ਜਿਹੜੀ ਹੈ ਉਹਨੂੰ ਅਸੀਂ ਪਿਆਰ ਦੇਈਏ, ਉਹਨੂੰ ਅਸੀਂ ਨਫ਼ਰਤ ਨਾ ਦੇਈਏ। ਨਵੀਂ ਨਸਲ ਨੂੰ, ਨਵੇਂ ਬੱਚੇ ਨੂੰ ਅਸੀਂ ਪਿਆਰ ਮੁਹੱਬਤ ਦਾ ਦੁੱਧ ਪਿਲਾਈਏ, ਨਫ਼ਰਤ ਨਹੀਂ ਪਿਲਾਈਏ। ਕਿਉਂਕਿ ਮੇਰੇ ਨਜ਼ਰ ਦੇ ਵਿੱਚ ਹਿੰਦੂ ਜਿਹੜਾ ਨਾ ਉਹ ਦੁੱਧ ਹੈ ਤੇ ਮੁਸਲਮਾਨ ਜਿਹੜਾ ਸ਼ੱਕਰ ਹੈ। ਇਹ ਸ਼ੱਕਰ ਵਿੱਚ ਦੁੱਧ ਵਿੱਚ ਸ਼ੱਕਰ ਮਿਲਾਓਗੇ ਤਾਂ ਸਵਾਦ ਆਏਗਾ, ਵਰਨਾ ਫਿੱਕਾ ਬਹੁਤ ਅੱਛਾ ਬਹੁਤ ਅੱਛਾ। ਚਮਚਾ ਰੱਖ ਲਿਓ ਜੀ ਵਿੱਚ, ਚਮਚਾ ਘੁਮਾ ਕੇ ਫਿਰ। ਅੱਛਾ ਇਹ ਖਾਲਿਦ ਜੀ ਇਹ ਸਮਾਂ ਥੋੜਾ ਨੇੜੇ ਹੋ ਰਿਹਾ। ਇੱਕ ਸਾਡੀ ਗੱਲ ਪੁੱਛਣੀ ਸੀ, ਪੰਜਾਬੀ ਦਾ ਜਿਹੜਾ ਰੁਤਬਾ ਸੀ ਜੰਮੂ ਕਸ਼ਮੀਰ 'ਚ ਉਹਦਾ ਕੀ ਅਸਰ ਹੋਇਆ, ਉਹ ਦੱਸੋ। ਦੇਖੋ ਜੀ ਪੰਜਾਬੀ ਪਹਿਲੇ 1941 ਦੀ ਜਿਹੜੀ ਸੈਂਸਸ ਰਿਪੋਰਟ ਸੀ ਉਹਦੇ 'ਚ ਪੰਜਾਬੀ ਬੋਲਣ ਵਾਲੇ 80% ਸਨ। ਬੋਲੋ 80%। ਉਹਦੇ ਬਾਅਦ ਜੇ 47 ਹੋਇਆ ਤੇ ਜਿੰਨੇ ਪੰਜਾਬੀ ਸਨ ਮੁਸਲਮਾਨ ਉਹ ਸਾਰੇ ਪਾਰ ਚਲੇ ਗਏ
ਕੋਈ ਸਿਆਲਕੋਟ ਚਲਾ ਗਿਆ, ਕੋਈ ਮੀਰਪੁਰ ਚਲਾ ਗਿਆ। ਉੱਥੋਂ ਦੇ ਜਿਹੜੇ ਸਿੱਖ ਸਨ ਜਾਂ ਹਿੰਦੂ ਸਨ ਉਹ ਮੀਰਪੁਰ ਤੋਂ ਜਾਂ ਮੁਜ਼ੱਫਰਾਬਾਦ ਤੋਂ ਜਾਂ ਫਿਰ ਉਹ ਬਾਗ ਤੋਂ, ਜਿਹੜੇ ਇਲਾਕੇ ਪਾਕ ਆਕੂਪਾਈਡ ਕਸ਼ਮੀਰ ਵਿੱਚ ਹਨ, ਉਹਨਾਂ ਇਲਾਕਿਆਂ ਤੋਂ ਜਿਹੜੇ ਸਿੱਖ ਭਰਾ ਤੇ ਹਿੰਦੂ ਭਰਾ ਆਏ, ਜਾਂ ਜਿਹੜੇ ਦੂਜੇ ਪੰਜਾਬ ਤੋਂ ਜਿਹੜੇ ਲੋਕ ਇਸ ਪਾਸੇ ਆ ਗਏ, ਤੇ ਉਹ ਵੀ ਪੰਜਾਬੀ ਸਨ ਸਾਰੇ। ਹਾਂਜੀ, ਲੇਕਿਨ ਇਹ ਹੈ ਕਿ ਆਸਤਾ ਆਸਤਾ ਇਹਨਾਂ ਨੇ ਜੋੜ ਦਿੱਤੀ ਇਹ ਭਾਸ਼ਾ ਜਿਹੜੀ ਸਿੱਖਾਂ ਨਾਲ। ਔਰ ਜਿਹੜਾ 2011 ਦਾ ਸੈਂਸਸ ਹੈ ਉਹਦੇ ਵਿੱਚ ਇਹਨਾਂ ਨੇ ਇਸ ਭਾਸ਼ਾ ਨੂੰ ਦੱਸਿਆ ਜੀ 1,50,000, ਯਾਨੀ 1,50,000 ਸਾਡੀ ਜੰਮੂ ਕਸ਼ਮੀਰ ਸਿੱਖ ਪਾਪੂਲੇਸ਼ਨ ਹੈ, ਇਹਨਾਂ ਨੇ ਸਿਰਫ ਉਹਦੇ ਨਾਲ ਜੋੜ ਦਿੱਤਾ। ਜਦ ਕਿ ਪੰਜਾਬੀ ਬੋਲਣ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਤਕਰੀਬਨ ਸਾਰੇ ਨੇ। ਲਦਾਖ ਔਰ ਕਰਗਿਲ ਨੂੰ ਛੱਡ ਕੇ ਔਰ ਕਸ਼ਮੀਰ ਵੈਲੀ ਨੂੰ ਛੱਡ ਕੇ ਜੰਮੂ ਡਿਵੀਜ਼ਨ ਜਿਹੜਾ ਉਹਦੇ ਵਿੱਚ ਸਾਰੇ ਹੀ ਪੰਜਾਬੀ ਬੋਲਣ ਵਾਲੇ ਨੇ। ਤੇ ਔਰ ਲੇਕਿਨ ਪੰਜਾਬੀ ਮਜ਼ਹਬ ਦੇ ਨਾਮ ਪਰ ਇਤਨੀ ਨਫ਼ਰਤ ਫੈਲ ਗਈ ਹੈ ਕਿ ਇਹ ਜ਼ੁਬਾਨਾਂ ਵਿੱਚ ਵੀ ਆ ਗਈ ਹੈ ਨਫ਼ਰਤ। ਔਰ ਕੁਝ ਇਹਦੇ ਚ ਕਸੂਰ ਜਿਹੜਾ ਉਹ ਸਾਡੇ ਸਿੱਖ ਭਾਈਚਾਰੇ ਦਾ ਵੀ ਹੈ। ਉਹ ਕਸੂਰ ਇਹ ਹੈ ਕਿ ਇਹਨਾਂ ਨੇ ਕਿਹਾ ਜੀ ਅਸੀਂ ਸ਼ਾਹਮੁਖੀ ਲਿਪੀ ਨਹੀਂ ਮੰਨਦੇ, ਸਾਡੇ ਵਾਸਤੇ ਸਿਰਫ ਇੱਕੋ ਪ੍ਰਵਾਨ ਲਿਪੀ ਹੈ, ਉਹ ਹੈ ਗੁਰਮੁਖੀ। ਉਹਦੇ ਨਾਲ ਇਹ ਹੋਇਆ ਕਿ ਜਿਹੜੇ ਪਹਾੜੀ ਪੋਠਵਾਰੀ ਵਾਲੇ ਲੋਕ ਸਨ, ਗੁੱਜਰ ਲੋਕ ਸਨ, ਜਿਹੜੇ ਮੁਸਲਮਾਨ, ਇਹ ਕੋਈ ਤਕਰੀਬਨ ਇਹਨਾਂ ਦੋਵਾਂ ਦੀ ਮਿਲਾ ਕੇ ਕੋਈ 35 ਲੱਖ ਆਬਾਦੀ ਹੈ, ਉਹਨਾਂ ਨੇ ਸ਼ਾਹਮੁਖੀ ਲਿਖਣਾ ਸ਼ੁਰੂ ਕਰ ਦਿੱਤਾ ਤੇ ਪਹਾੜੀ ਵਿੱਚ ਲਿਖਣਾ ਸ਼ੁਰੂ ਕਰਤਾ। ਉਹਨਾਂ ਨੇ ਕਿਹਾ ਅਸੀਂ ਪੰਜਾਬੀ ਨਹੀਂ। ਉਹ ਪੰਜਾਬੀ ਵੱਖ ਹੋ ਗਏ ਤੇ ਰਹਿ ਗਏ ਫਿਰ ਆਪ ਆ ਕੇ ਸਿੱਖੀ, ਜਾਂ ਉਹਨਾਂ ਵਿੱਚੋਂ ਝੁੰਗੇ ਵਿੱਚ ਇੱਕ ਰਹਿ ਗਿਆ ਖਾਲਦ ਹੁਸੈਨ, ਬਾਕੀ ਸਾਰੇ ਸ਼ਾਹਮੁਖੀ ਹੋ ਗਏ। ਇਹ ਕੋਈ ਨੁਕਸਾਨ ਹੋਇਆ ਇਹਦਾ। ਤੇ ਮੈਂ ਤੇ ਕਹਿਣਾ ਕਿ ਪੰਜਾਬੀ ਦੀਆਂ ਦੋ ਪ੍ਰਵਾਨ ਲਿਪੀਆਂ ਨੇ, ਇੱਕ ਹੈ ਸ਼ਾਹਮੁਖੀ, ਇੱਕ ਹੈ ਗੁਰਮੁਖੀ। ਸ਼ਾਹਮੁਖੀ ਵਿੱਚ ਸਾਡੇ ਸੂਫੀਆਂ ਨੇ ਕਲਾਮ ਕਿਹਾ, ਸਾਡੇ ਬਾਬਾ ਨਾਨਕ ਨੇ ਕਲਾਮ ਕਿਹਾ, ਸ਼ਾਹਮੁਖੀ ਚ ਸਾਡੇ ਬਾਬਾ ਫਰੀਦ ਨੇ ਕਲਾਮ ਕਿਹਾ, ਸਾਰਿਆਂ ਨੇ ਕਿਹਾ। ਹਾਂਜੀ, ਇਹ ਜਿਹੜੀ ਗੁਰਮੁਖੀ ਹੈ ਇਹ ਲਿਪੀ ਤੇ ਬਣੀ ਹੈ, ਬਹੁਤ ਬਾਅਦ ਦੇ ਵਿੱਚ ਬਣੀ ਹੈ। ਔਰ ਜਿਸਲੇ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੇ, ਤੇ ਉਹਦੇ ਵਿੱਚ ਉਹਨੇ ਸਾਰੇ ਸੰਤ ਫਕੀਰ, ਮੁਸਲਮਾਨ, ਹਿੰਦੂ, ਦਲਿਤ, ਹਰ ਤਬਕੇ ਦਾ ਬਲਿਆ। ਔਰ ਇਹ ਦੱਸਣ ਵਾਸਤੇ ਕਿ ਅਸੀਂ ਦੇਖੋ ਇਹਦੇ ਵਿੱਚ ਕੋਈ ਊਚ ਨੀਚ ਨਹੀਂ ਹੈ, ਜ਼ਾਤ ਪਾਤ ਨਹੀਂ ਹੈ, ਕੋਈ ਸਾਡੇ ਇਸ ਕਿਤਾਬ ਦੇ ਵਿੱਚ, ਇਸ ਗ੍ਰੰਥ ਦੇ ਵਿੱਚ ਕੋਈ ਹਿੰਦੂ ਮੁਸਲਮਾਨ ਨਹੀਂ ਹੈ, ਸਿਰਫ ਇਨਸਾਨੀਅਤ ਹੈ ਔਰ ਇਨਸਾਨ ਹੈ। ਇਹਦੇ ਵਿੱਚ ਇਨਸਾਨੀਅਤ ਦਾ ਸਬਕ ਹੈ ਇਹਦੇ ਵਿੱਚ। ਤੇ ਉਹ ਇਨਸਾਨੀਅਤ ਦਾ ਸਬਕ ਅਸੀਂ ਭੁੱਲ ਗਏ, ਅਸੀਂ ਫਿਰ ਉਸ ਮਸਲੇ 'ਚ ਆ ਗਏ ਦੇ ਹਾਂ। ਅੱਜ ਫਿਰ ਅਸੀਂ ਉਹੀ ਹਿੰਦੂ ਮੁਸਲਮਾਨ ਦੀ ਡਫਲੀ ਬਜਾਏ ਕਰਨੇ ਆ। ਰੱਬ ਸਾਨੂੰ ਅਕਲ ਦੇਵੇ ਤੇ ਅਸੀਂ ਇਨਸਾਨੀਅਤ ਦੀ ਡਫਲੀ ਬਜਾਈਏ, ਅਸੀਂ ਇਨਸਾਨੀਅਤ ਨੂੰ ਪ੍ਰਵਾਨ ਚੜਾਈਏ। ਆਪਣੇ ਟੂ ਸਾਹਿਬ ਮੈਨੂੰ ਇੱਕ ਸ਼ੇਰ ਯਾਦ ਆਇਆ ਹੁਣ ਖਾਲਦ ਜੀ ਦੀ ਗੱਲ ਤੋਂ, उम्र भर अपनों से ही दूरियां बनाते रहे, उम्र भर अपनों से ही दूरियां बनाते रहे, जब मरे तो कब्र में जाके पास पास लेट गए। ਵਾਹ ਵਾਹ ਵਾਹ। ਮੈਂ ਪੰਜਾਬ ਦੀ ਗੱਲ ਕਰਾਂ ਨਿੱਕੀ ਜੀ ਅੱਜ ਦੇ ਪੰਜਾਬ। ਹਾਂ ਕਰੋ ਜੀ, ਬਸ ਹੁਣ ਆਖਰੀ ਸਮਾਂ ਤਾਂ ਖਤਮ ਹੈ, ਤੁਸੀਂ ਲਓ ਜੀ ਇੱਕ ਮਿੰਟ। ਹਾਂ ਨਹੀਂ ਆਖਰੀ ਨਹੀਂ, ਇਹ ਤੋਂ ਬਾਅਦ ਆਪਾਂ ਅਮਰਜੀਤ ਨੂੰ ਵੀ ਰਿਕੁਐਸਟ ਕਰਾਂਗੇ, ਗਰੇਵਾਲ ਸਾਹਿਬ ਬੈਠੇ ਨੇ, ਆਪਾਂ ਪੂਰਾ ਐਨ ਪੂਰ ਤੇ ਜਾ ਕੇ ਪੂਰ ਨੂੰ ਖਤਮ ਕਰਾਂਗੇ। ਚਲ ਠੀਕ ਹੈ। ਇਰਸ਼ਾਦ ਜੀ ਪੰਜਾਬ ਦੀ ਗੱਲ ਕਰ ਰਹੇ ਹਾਂ ਅੱਜ ਦੇ ਪੰਜਾਬ ਦੀ। ਕੁਝ ਜਿਸ ਤਰ੍ਹਾਂ ਕਿਸਾਨ ਦੀ ਗੱਲ ਆ, ਕਿਸਾਨ ਕਿਉਂ ਇਹ ਅੰਦੋਲਨ ਕਰ ਰਿਹਾ, ਕਿਉਂਕਿ ਉਹਨੂੰ ਉਹ ਸਦਾ ਮੁਸੀਬਤਾਂ 'ਚ ਹੀ ਰਿਹਾ। ਬਿਲਕੁਲ ਮੱਚ ਰਿਹਾ ਹੈ ਪੰਜਾਬ ਜਿਵੇਂ ਨੀਰੋ ਵਾਲਾ ਰੋਮ। ਅੱਜ ਮੱਚ ਰਿਹਾ ਹੈ ਪੰਜਾਬ ਜਿਵੇਂ ਨੀਰੋ ਵਾਲਾ ਰੋਮ। ਇੱਥੇ ਮਜ਼ਹਬਾਂ ਦੀ ਅੱਗ ਵਿੱਚ ਸੜ ਰਿਹਾ ਕੌਮ, ਇੱਥੇ ਮਜ਼ਹਬਾਂ ਦੀ ਅੱਗ ਵਿੱਚ ਸੜ ਰਿਹਾ ਕੌਮ। ਉਹ ਨਿੱਤ ਉੱਠਦਾ ਜਨਾਜ਼ਾ ਰਾਜਿਆਂ ਦੀ ਔਕਾਤ ਦਾ। ਰਿਹਾ ਇਹੋ ਜਿਹੇ ਹਾਲ ਭੋਗ ਪੈਜੂ ਬਾਤ ਦਾ। ਅੰਨਦਾ ਤੇ ਗਲੀ ਫਾਹੇ ਖੇਡਾ ਪੱਖਪਾਤ ਦਾ। ਅੰਨਦਾ ਤੇ ਗਲੀ ਫਾਹੇ ਖੇਡਾ ਪੱਖਪਾਤ ਦਾ। ਇੱਥੇ ਚੌਧਰਾਂ ਦੇ ਸੱਪ ਡੱਸੀ ਜਾਂਦੇ ਆ ਲੁਕਾਈ। ਇੱਥੇ ਚੌਧਰਾਂ ਦੇ ਸੱਪ ਡੱਸੀ ਜਾਂਦੇ ਆ ਲੁਕਾਈ। ਉਹ ਪੀਣ ਅੰਨੀ ਦੇ ਨੂੰ ਚੱਟੀ ਜਾਵੇ ਲੋਟੂਆਂ ਦੀ ਜਾਤ। ਇੱਥੇ ਚੌਧਰਾਂ ਦੇ ਸੱਪ ਡੱਸੀ ਜਾਂਦੇ ਆ ਲੁਕਾਈ। ਕਿਤੇ ਰਾਸ਼ਟਰਵਾਦ ਕਿਤੇ ਸੰਘ ਦੀ ਦੁਹਾਈ, ਕਿਤੇ ਰਾਸ਼ਟਰਵਾਦ ਕਿਤੇ ਸੰਘ ਦੀ ਦੁਹਾਈ। ਪੀਣ ਅੰਨੀ ਦੇ ਨੂੰ ਚੱਟੀ ਜਾਵੇ ਲੋਟੂਆਂ ਦੀ ਜਾਤ। ਲਓ ਭੀੜ ਵਿੱਚੋਂ ਪਤਾ ਕਿਹੜਾ ਸੁੱਚੀ ਜਾਤ ਦਾ। ਅੰਨਦਾ ਤੇ ਗਲੀ ਫਾਹੇ ਖੇਡਾ ਪੱਖਪਾਤ ਦਾ।
ਵਾਹ ਵਾਹ ਕਿਤੇ ਕਰਜ਼ੇ ਕਰੋੜਾਂ ਦੇ ਨੇ ਹੋਈ ਜਾਂਦੇ ਮਾਫ, ਕਿਤੇ ਕਰਜ਼ੇ ਕਰੋੜਾਂ ਦੇ ਨੇ ਹੋਈ ਜਾਂਦੇ ਮਾਫ, ਉਹ ਕਿਤੇ ਹਾਕਮਾਂ ਦਾ ਲਾਣਾ ਬੈਂਕਾਂ ਕਰੀ ਜਾਂਦਾ ਸਾਫ, ਆਹ ਕਿਤੇ ਹਾਕਮਾਂ ਦਾ ਲਾਣਾ ਬੈਂਕਾਂ ਕਰੀ ਜਾਂਦਾ ਸਾਫ, ਕਿਤੇ ਲੱਖਾਂ ਪਿੱਛੇ ਅਣਖਾਂ ਲਈ ਮਰੀ ਜਾਂਦਾ ਜੱਟ, ਉਹ ਫੰਦੀ ਫਾਹੇ ਵਾਲੀ ਲੱਭੇ ਕਿਉਂ ਪਤਾ ਸਬਾਤ ਦਾ, ਅੰਨਦਾ ਤੇ ਗਲੀ ਫਾਹੇ ਖੇਡਾ ਪੱਖਪਾਤ ਦਾ, ਓਏ ਅੰਨਦਾ ਤੇ ਗਲੀ ਫਾਹੇ ਖੇਡਾ ਪੱਖਪਾਤ ਦਾ, ਕਿਤੇ ਕਾਨਿਆਂ ਦੀ ਝੁੱਗੀ ਵਿੱਚ ਨੱਚਦੀ ਆ ਭੁੱਖ, ਕਿਤੇ ਕਾਨਿਆਂ ਦੀ ਝੁੱਗੀ ਵਿੱਚ ਨੱਚਦੀ ਆ ਭੁੱਖ, ਕਿਤੇ ਮਹਿਲਾ ਵਾਲੇ ਪੁੱਛਦੇ ਆ ਹੁੰਦਾ ਕੀ ਆ ਦੁੱਖ, ਕਿਤੇ ਮਹਿਲਾ ਵਾਲੇ ਪੁੱਛਦੇ ਆ ਹੁੰਦਾ ਕੀ ਆ ਦੁੱਖ, ਉਹ ਆਉਂਦਾ ਰੋਣ ਜਦੋਂ ਰੋਂਦੀ ਆ ਗਰੀਬੀ ਅੱਖਾਂ ਮੂਹਰੇ, ਆਉਂਦਾ ਰੋਣ ਜਦੋਂ ਰੋਂਦੀ ਆ ਗਰੀਬੀ ਅੱਖਾਂ ਮੂਹਰੇ, ਮਾਂ ਦੀ ਭੁੱਖ ਮਜਬੂਰੀ, ਉਹ ਮਾਂ ਦੀ ਭੁੱਖ ਮਜਬੂਰੀ ਸੌਦਾ ਕਰੇ ਰਾਤ ਦਾ, ਅੰਨਦਾ ਤੇ ਗਲੀ ਫਾਹੇ ਖੇਡਾ ਪੱਖਪਾਤ ਦਾ, ਅੰਨਦਾ ਤੇ ਗਲੀ ਫਾਹੇ ਖੇਡਾ ਪੱਖਪਾਤ ਦਾ। ਮੈਂ ਜ਼ਿਆਦਾ ਟਾਈਮ ਲੈਂਦਾ, ਹੁਣ ਗਰੇਵਾਲ ਸਾਹਿਬ, ਇਰਸ਼ਾਦ ਭਾਈ ਆਪਣੇ ਕੋਲ ਟਾਈਮ ਕਾਫੀ ਹੋ ਗਿਆ। ਗਰੇਵਾਲ ਸਾਹਿਬ ਥੋੜਾ ਜਿਹਾ ਟਾਈਮ ਲਾਓ ਜੀ ਤੁਸੀਂ ਵੀ। ਜਿੱਦਾਂ ਤੁਹਾਡਾ ਹੁਕਮ ਆ ਜੀ, ਜੇ ਨਹੀਂ ਹੈਗਾ ਤਾਂ ਫਿਰ ਕੋਈ ਗੱਲ ਨਹੀਂ। ਨਹੀਂ ਮੈਂ ਤੁਹਾਨੂੰ ਜਵਾਬ ਕਰ ਰਿਹਾ ਥੋੜਾ ਟਾਈਮ। ਠੀਕ ਹੈ ਜੀ, ਠੀਕ ਹੈ ਜੀ। ਤੇ ਮੈਂ ਜਿਹੜੇ ਗੱਲਬਾਤ ਦਾ ਸੁਨੇਹਾ ਮਿਲਿਆ ਸੀ ਉੱਥੇ ਹੀ ਦੁਬਾਰਾ ਫੇਰ ਕੇਂਦਰ ਕਰਦਾ ਕਿ ਜਦੋਂ ਆਪਾਂ ਕਹਿੰਦੇ ਆ ਕਿ ਅਸੀਂ ਕਿਸਾਨੀ ਮੋਰਚੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਨੀਆਂ ਨੇ, ਸੋ ਮੈਂ ਤੁਹਾਨੂੰ ਉੱਥੇ ਹੀ ਫੇਰ ਲੈ ਚੱਲਣਾ ਕਿ ਅੱਜ ਦੀ ਤਸਵੀਰ, ਜਦੋਂ ਅਸੀਂ ਤਸਵੀਰ ਨਾਲ ਜੁੜਾਂਗੇ, ਤਸਵੀਰ ਦੇਖਾਂਗੇ, ਫੇਰ ਹੀ ਸਾਡਾ ਗੱਲਬਾਤ ਕਰਨ ਦਾ ਫਾਇਦਾ। ਜੇ ਅਸੀਂ ਨਵੀਆਂ ਪੁਰਾਣੀਆਂ ਜਾਂ ਇੱਧਰ ਉੱਧਰ ਮੁੱਦੇ ਤੋਂ ਭਟਕ ਕੇ ਗੱਲ ਕਰਾਂਗੇ, ਫਿਰ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂਗਾ। ਸੋ ਮੈਂ ਬਹੁਤਾ ਸ਼ਬਦ ਨਹੀਂ ਬੋਲਦਾ, ਸਿਰਫ ਕਵੀ ਦਰਬਾਰ ਮੈਂ ਆਪਦੀ ਕਵਿਤਾ ਰਾਹੀਂ ਜਾਂ ਗੀਤ ਰਾਹੀਂ ਹਾਜ਼ਰੀ ਲਗਾਉਣਾ ਵਧੀਆ ਸਮਝਦਾ। ਸੋ ਉੱਥੇ ਦਾ ਮੈਂ ਤੁਹਾਡੀਆਂ ਅੱਖਾਂ ਮੂਹਰੇ ਨਜ਼ਾਰਾ ਲਿਆਉਣ ਲੱਗਿਆ, ਤਸਵੀਰ ਜਿਹੜੀ ਬਹੁਤ ਭੈੜੀ ਤਸਵੀਰ ਆ ਕਿ ਸਾਡੇ ਰਾਹੀਂ ਠੋਕੇ ਕੱਲ ਤੁਹਾਡੇ ਢਿੱਡੀ ਅਸੀਂ ਅੰਨ। ਕੰਪੇਅਰ ਕੀਤਾ ਹੈ ਕਿ ਸਾਡੇ ਰਾਹੀਂ ਠੋਕੇ ਕੱਲ ਤੁਹਾਡੇ ਢਿੱਡੀ ਅਸੀਂ ਅੰਨ, ਤੁਸੀਂ ਹੜਾਂ ਦੇ ਪਾਣੀਆਂ ਨੂੰ ਲਾਉਣੇ ਚਾਹੋ ਬੰਨ, ਅਸੀਂ ਕਿਰਤਾਂ ਦੇ ਹਾਮੀ ਤੁਸੀਂ ਲੋਟੂਆਂ ਦੇ ਟੋਲੇ। ਕਿਰਤਾਂ ਦੇ ਹਾਮੀ, ਇੱਕ ਪਾਸੇ ਕਿਸਾਨ ਆ ਤੇ ਦੂਸਰੇ ਪਾਸੇ ਜਾਬਰ ਆ। ਉਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ, ਬੈਰੀਅਰ ਲੱਗੇ ਆ, ਸੋ ਬੈਰੀਅਰ ਦੀ ਮੈਂ ਤਸਵੀਰ ਸਾਂਝੀ ਕਰ ਰਿਹਾ ਕਿ ਇੱਕ ਪਾਸੇ ਕੀ ਆ ਕਿ ਦੂਸਰੇ ਪਾਸੇ ਕੀ ਆ। ਸਾਡੇ ਰਾਹੀਂ ਠੋਕੇ ਕਿੱਲ ਤੁਹਾਡੇ ਢਿੱਡੀ ਅਸੀਂ ਅੰਨ, ਤੁਸੀਂ ਹੜਾਂ ਦੇ ਪਾਣੀਆਂ ਨੂੰ ਲਾਉਣੇ ਚਾਹੋ ਬੰਨ, ਅਸੀਂ ਕਿਰਤਾਂ ਦੇ ਹਾਮੀ ਤੁਸੀਂ ਲੋਟੂਆਂ ਦੇ ਟੋਲੇ, ਸਿੱਖ ਜ਼ੁਲਮਾਂ ਨੂੰ ਸਹਿ ਕੇ ਮੂੰਹੋਂ ਸਤਨਾਮ ਬੋਲੇ। ਸਿੱਖ ਜ਼ੁਲਮਾਂ ਨੂੰ ਸਹਿ ਕੇ ਮੂੰਹੋਂ ਸਤਨਾਮ ਬੋਲੇ। ਅਸੀਂ ਬਾਰਡਰਾਂ ਤੇ ਮਰ ਕੇ ਵੀ ਕਾਹਤੋਂ ਅੱਤਵਾਦੀ, ਕੁਐਸਚਨ ਆ ਕਿ ਅਸੀਂ ਬਾਰਡਰਾਂ ਤੇ ਮਰ ਕੇ ਵੀ ਕਾਹਤੋਂ ਅੱਤਵਾਦੀ, ਤੁਸੀਂ ਵੇਚ ਕੇ ਮੁਲਕ ਸਾਰਾ ਬਣੇ ਸੱਤਵਾਦੀ। ਅਸੀਂ ਫਾਂਸੀਆਂ ਤੇ ਝੂਲ ਕੇ, ਅਸੀਂ ਫਾਂਸੀਆਂ ਤੇ ਝੂਲ ਕੇ ਤਿਰੰਗਾ ਹੈ ਝੁਲਾਇਆ, ਅੱਜ ਸਾਡੇ ਕਿਉਂ ਨਿਸ਼ਾਨ ਤੁਹਾਡੇ ਢਿੱਡੀ ਵੱਟ ਪਾਇਆ। ਅਸੀਂ ਫਾਂਸੀਆਂ ਤੇ ਝੂਲ ਕੇ ਤਿਰੰਗਾ ਹੈ ਝੁਲਾਇਆ, ਅੱਜ ਸਾਡੇ ਕਿਉਂ ਨਿਸ਼ਾਨ ਤੁਹਾਡੇ ਢਿੱਡੀ ਵੱਟ ਪਾਇਆ। ਅੱਤ ਖੁਦਾ ਦਾ ਇਹ ਬੈਰ ਹੁੰਦਾ ਮਨੋਂ ਨਾ ਭੁਲਾਓ, ਆ ਕੇ ਸਤਾ ਦੇ ਨਸ਼ੇ ਚ ਅੱਗ ਦੇਸ਼ ਨੂੰ ਨਾ ਲਾਓ। ਰੱਖੋ ਕੁਰਸੀ ਦਾ ਮਾਣ ਜਿੱਥੇ ਲੋਕਾਂ ਨੇ ਬਿਠਾਇਆ, ਰੱਖੋ ਕੁਰਸੀ ਦਾ ਮਾਣ ਜਿੱਥੇ ਲੋਕਾਂ ਨੇ ਬਿਠਾਇਆ, ਬੰਦਾ ਬਣੇ ਇਤਿਹਾਸ ਜੋ ਲੋਕਾਂ ਦੇ ਕੰਮ ਆਇਆ। ਲੋਕਤੰਤਰ ਜੇ ਲੋਕਾਂ ਦਾ ਲੋਕਾਂ ਦੇ ਲਈ ਹੁੰਦਾ, ਲੋਕਤੰਤਰ ਜੇ ਲੋਕਾਂ ਦਾ ਲੋਕਾਂ ਦੇ ਲਈ ਹੁੰਦਾ, ਤਾਂ ਹਰੇਕ ਫਾਇਦਾ ਕਿਉਂ ਜੋਕਾਂ ਦੇ ਲਈ ਹੁੰਦਾ। ਲੋਕਤੰਤਰ ਜੇ ਲੋਕਾਂ ਦਾ ਲੋਕਾਂ ਦੇ ਲਈ ਹੁੰਦਾ, ਤਾਂ ਹਰ ਇੱਕ ਫਾਇਦਾ ਕਿਉਂ ਜੋਕਾਂ ਦੇ ਲਈ ਹੁੰਦਾ। ਰੱਖ ਮੋਢੇ ਸਰਕਾਰੀ ਗੋਲੀ ਦਾਗ ਦੇ ਵਪਾਰੀ, ਰੱਖ ਮੋਢੇ ਸਰਕਾਰੀ ਗੋਲੀ ਦਾਗ ਦੇ ਵਪਾਰੀ, ਸਦਾ IG ਤਰੀਕੇ ਮਰੇ ਪਰਜਾ ਵਿਚਾਰੀ, ਸਦਾ IG ਤਰੀਕੇ ਮਰੇ ਪਰਜਾ ਵਿਚਾਰੀ। ਤੇ ਨਾਲ ਹੀ ਇੱਕ ਹੈਗਾ, ਮੈਂ ਟਰਾਈ ਕਰਦਾ ਤਰਨਮ ਦੇ ਵਿੱਚ, ਕਿ ਇੱਕ ਪਾਸੇ ਕਿਰਤੀ ਕਿਸਾਨ ਜਾ ਰਹੇ ਆ ਤੇ ਉਹ ਮੂਹਰੇ ਕਿੱਲਾਂ ਬਾਰਡਰ ਲਾ ਕੇ ਤੇ ਫੌਜੀ ਲਾ ਕੇ ਬੈਠੇ ਆ ਉਹਨਾਂ ਨੂੰ। ਸੋ ਇੱਕ ਫੋਟੋ ਕਾਰਟੂਨ ਬਣਾਇਆ ਸੀ ਵੀਰ ਨੇ, ਗੁਰਪ੍ਰੀਤ ਨੇ, ਤੇ ਕਿ ਸੱਚ ਦਾ ਸੂਰਜ ਠੱਲਣ ਝੂਠੇ ਬੱਦਲ ਆਏ ਨੇ, ਸੱਚ ਦਾ ਸੂਰਜ ਠੱਲਣ ਝੂਠੇ ਬੱਦਲ ਆਏ ਨੇ, ਕਿੱਲਾਂ ਪੱਥਰ ਤਾਰਾਂ ਰਾਹੀਂ ਰੋਡ ਵਿਛਾਏ ਨੇ। ਸੱਚ ਦਾ ਸੂਰਜ ਠੱਲਣ ਝੂਠੇ ਬੱਦਲ ਆਏ ਨੇ, ਕਿੱਲਾਂ ਪੱਥਰ ਤਾਰਾਂ ਰਾਹੀਂ ਰੋਡ ਵਿਛਾਏ ਨੇ। ਪੁਲਿਸ ਮੀਡੀਆ ਫੌਜੀ, ਪੁਲਿਸ ਮੀਡੀਆ ਫੌਜੀ
ਤੇ ਗੁੰਡਿਆਂ ਦੇ ਟੋਲੇ ਨੇ, ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ। ਉੱਥੇ ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ ਜੀ, ਸਬਰੀ ਵਾਹਿਗੁਰੂ ਬੋਲੇ ਨੇ। ਸਬਰ ਸਿਦਕ ਦੇ ਪੱਕੇ ਹਾਮੀ ਕਰਤ ਕਮਾਈਆਂ ਦੇ, ਸਬਰ ਸਿਦਕ ਦੇ ਪੱਕੇ ਹਾਮੀ ਕਰਤ ਕਮਾਈਆਂ ਦੇ। ਗਊ ਗਰੀਬ ਦੇ ਰਾਖੇ ਪੈ ਗਏ ਬਸ ਕਸਾਈਆਂ ਦੇ, ਉਹ ਜੱਟ ਗਊ ਗਰੀਬ ਦੇ ਰਾਖੇ ਪੈ ਗਏ ਬਸ ਕਸਾਈਆਂ ਦੇ। ਜ਼ਾਲਮ ਹਾਕਮ ਦੇ ਅੱਖਾਂ ਵਿੱਚ ਜ਼ੁਲਮੀ ਸ਼ੋਲੇ ਨੇ, ਜ਼ਾਲਮ ਹਾਕਮ ਦੇ ਅੱਖਾਂ ਵਿੱਚ ਜ਼ੁਲਮੀ ਸ਼ੋਲੇ ਨੇ। ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ, ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ। ਰਾਜ ਸੱਤਾ ਦੀ ਤਾਕਤ ਡਕਣਾ ਚਾਹੁੰਦੀ ਨਾਰੇ ਨੂੰ, ਰਾਜ ਸੱਤਾ ਦੀ ਤਾਕਤ ਡਕਣਾ ਚਾਹੁੰਦੀ ਨਾਰੇ ਨੂੰ। ਲੋਕ ਏਕਤਾ ਅੰਬਰਾਂ ਵਿੱਚ ਗੁੰਜਾਉਂਦੀ ਨਾਰੇ ਨੂੰ ਜੀ, ਲੋਕ ਏਕਤਾ ਅੰਬਰਾਂ ਵਿੱਚ ਗੁੰਜਾਉਂਦੀ ਨਾਰੇ ਨੂੰ। ਪਾਪੀ ਕਪਟੀ ਇਨਕਲਾਬ ਸਦਾ ਪੈਰੀ ਰੋਲੇ ਨੇ, ਪਾਪੀ ਕਪਟੀ ਇਨਕਲਾਬ ਨੇ ਪੈਰੀ ਰੋਲੇ ਨੇ। ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ, ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ। ਇੰਦਰਜੀਤ ਸਦਾ ਝੰਡੇ ਸੱਚ ਦੇ ਝੁਲਦੇ ਰਹਿਣੇ ਨੇ, ਜੇਲ ਬੇੜੀ ਹੱਥ ਕੜੀਆਂ ਸੂਰਮਿਆਂ ਦੇ ਗਹਿਣੇ ਨੇ। ਇੰਦਰਜੀਤ ਸਦਾ ਝੰਡੇ ਸੱਚ ਦੇ ਝੁਲਦੇ ਰਹਿਣੇ ਨੇ, ਜੇਲ ਬੇੜੀ ਹੱਥ ਕੜੀਆਂ ਸੂਰਮਿਆਂ ਦੇ ਗਹਿਣੇ ਨੇ। ਹੁਣ ਸਾਂਭੇ ਨਹੀਂ ਜਾਣੇ, ਹੁਣ ਸਾਂਭੇ ਨਹੀਂ ਜਾਣੇ ਤਰੀਕੇ ਉੱਠੇ ਬਰੋਲੇ ਨੇ। ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ, ਡਾਂਗ ਗੋਲੀਆਂ ਭਰੀਆਂ ਮੂੰਹੋਂ ਵਾਹਿਗੁਰੂ ਬੋਲੇ ਨੇ। ਵਾਹਿਗੁਰੂ 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 ਬੋਲੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਇਹ ਸਾਡਾ ਨਾਰਾ ਬੁਲੰਦੀ ਦਾ ਸਾਡੇ ਦਸਮ ਪਿਤਾ ਜੀ ਨੇ ਬਖਸ਼ਿਆ, ਤੇ ਮੈਂ ਇਹੀ ਨਾਰੇ ਨਾਲ ਆਪਣੀ ਗੱਲ ਸਮਾਪਤ ਕਰਦਾ ਅੱਜ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਦੀ ਜਿੱਤ ਹੋਵੇ। ਮੈਂ ਬੇਨਤੀ ਕਰਾਂਗਾ ਅਮਰਜੀਤ ਹੋਰਾਂ ਨੂੰ, ਬੇਨਤੀ ਕਰਾਂਗਾ ਕਿ ਉਹ ਅਖੀਰ ਦੇ ਵਿੱਚ ਇਹਨੂੰ ਆਪਣਾ ਸਮੇਟਦੇ ਹੋਏ ਵੋਟ ਆਫ ਥੈਂਕਸ ਸਾਰਿਆਂ ਦਾ ਧੰਨਵਾਦ ਕਰਨਗੇ। ਅਮਰਜੀਤ ਜੀ। ਧੰਨਵਾਦ ਭਾਜੀ ਸਾਰਿਆਂ ਦਾ ਜੀ, ਜਿਨ੍ਹਾਂ ਦੇ ਸਾਡਾ ਅੱਜ ਇਸ ਪ੍ਰੋਗਰਾਮ ਦੇਖਿਆ, ਸਾਰੇ ਸਰੋਤਿਆਂ ਦਾ, ਤੇ ਜਿਹੜੇ ਜਿੱਦਾਂ ਸਾਡੇ ਨਾਲ ਪੈਨਲਿਸਟ। ਹਾਂਜੀ, ਜੇ ਬਹੁਤੀ ਛੇਤੀ ਨਹੀਂ ਤੈਨੂੰ ਜਾਣਦੀ ਤੇ ਤੂਰ ਸਾਹਿਬ ਨੂੰ ਮੈਂ ਬੇਨਤੀ ਕਰਦਾ, ਮੈਂ ਜਾਂਦੇ ਜਾਂਦੇ ਭਗਤ ਸਿੰਘ ਨੂੰ ਇੱਕ ਮਿਹਣਾ ਮਾਰਿਆ ਸੀ, ਉਹ ਸੁਣਨਾ ਮੰਗਦਾ। ਭਾਜੀ ਕੀ ਬਾਤ ਹੈ ਜੀ, ਦੇਖਿਓ ਭਗਤ ਸਿੰਘ ਵੀ ਉੱਪਰ ਬੈਠਾ ਦੇਖਦਾ ਹੋਣਾ, ਮਾਰੋ ਮਿਹਣਾ। ਇਰਸ਼ਾਦ ਤੂਰ ਸਾਹਿਬ ਕਹਿਣਾ ਜੀ। ਹਾਂ ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਕਿੰਨਾ ਪੱਲੇ ਪਾ ਗਿਆ ਭਗਤ ਸਿਆਂ ਹਿੰਦ ਦਿਆਂ ਲੋਕਾਂ ਨੂੰ, ਉਹ ਹਿੰਦ ਦਿਆਂ ਲੋਕਾਂ ਨੂੰ। ਤੁਸੀਂ ਤਾਂ ਲਾੜੀ ਮੌਤ ਬਿਆਲੀ ਓਏ ਖਾਤਰ ਦੇਸ਼ ਆਜ਼ਾਦੀ ਦੀ, ਇਹ ਲੋਕਾਂ ਨੂੰ ਲੁੱਟਦੇ ਆ ਝੱਗੀ ਪਾ ਕੇ ਖਾਦੀ ਦੀ। ਕੀ ਬਾਤ ਹੈ ਜੀ, ਕੀ ਬਾਤ ਹੈ। ਤੁਸੀਂ ਤਾਂ ਲਾੜੀ ਮੌਤ ਬਿਆਲੀ ਓਏ ਖਾਤਰ ਦੇਸ਼ ਆਜ਼ਾਦੀ ਦੀ, ਇਹ ਲੋਕਾਂ ਨੂੰ ਲੁੱਟਦੇ ਆ ਓਏ ਝੱਗੀ ਪਾ ਕੇ ਖਾਦੀ ਦੀ। ਜਾਂ ਫੋਟੋ ਛਾਪ ਕੇ ਗਾਂਧੀ ਦੀ ਫਿਰ ਪੂਜਣ ਨੋਟਾਂ ਨੂੰ, ਓਏ ਕੀ ਬਾਤ ਹੈ ਭਾਜੀ। ਪੱਲੇ ਪਾ ਗਿਆ ਭਗਤ ਸਿਆਂ ਹਿੰਦ ਦਿਆਂ ਲੋਕਾਂ ਨੂੰ। ਬੋੜਦਾ ਕਦੇ ਜ਼ਰੂਰ ਉਹ ਜੇ ਰੱਬ ਸਾਡਾ ਵੀ ਹੁੰਦਾ, ਬੋੜਦਾ ਕਦੇ ਜ਼ਰੂਰ ਉਹ ਜੇ ਰੱਬ ਸਾਡਾ ਵੀ ਹੁੰਦਾ। ਅੱਤ ਜ਼ੁਲਮ ਦੀ ਹੋ ਗਈ ਉਹ ਲੱਗਦਾ ਰੱਬ ਹੀ ਨਹੀਂ ਹੁੰਦਾ, ਅੱਤ ਜ਼ੁਲਮ ਦੀ ਹੋ ਗਈ ਲੱਗਦਾ ਰੱਬ ਹੀ ਨਹੀਂ ਹੁੰਦਾ। ਅੱਜ ਪਾਂਡੇ ਦੱਸਣ ਸਾਨੂੰ ਇਹ ਪੜਨਾ
ਕਿਵੇਂ ਸਲੋਕਾਂ ਨੂੰ ਵਾਹ ਬਈ ਵਾਹ। ਕਿੰਨਾ ਪੱਲੇ ਪਾ ਗਿਆ ਭਗਤ ਸਿਆਂ ਹਿੰਦ ਦਿਆਂ ਲੋਕਾਂ ਨੂੰ। ਉਹ ਚੋਰਾਂ ਨੇ ਸਮਝੌਤਾ ਕਰ ਲਿਆ ਸੀ ਨਾਲ ਫਰੰਗੀ ਦੇ, ਚੋਰਾਂ ਨੇ ਸਮਝੌਤਾ ਕਰ ਲਿਆ ਸੀ ਨਾਲ ਫਰੰਗੀ ਦੇ। ਇਹ ਉਹਨਾਂ ਚਰਨੀ ਮੁਕਣਿਓ ਜਿੰਨਾ ਚਰਨੀ ਟੰਗੀ ਦੇ। ਕਿਹੜਾ ਸੁੱਟੂ ਬੈਂਡ ਥੋੜੇ ਹੋਏ ਨਾ ਚੰਬੜੀਆਂ ਜੋਕਾਂ ਨੂੰ। ਕਿੰਨਾ ਪੱਲੇ ਪਾ ਗਿਆ ਭਗਤ ਸਿਆਂ ਹਿੰਦ ਦਿਆਂ ਲੋਕਾਂ ਨੂੰ। ਆਖਰੀ ਪੈਰਾ ਬਾਈ। ਤੂੰ ਕਹਿੰਦਾ ਸੈਨ ਕਲਾਬ ਜੰਮੂ ਓਏ ਕਲਮਾਂ ਦੀਆਂ ਨੋਕਾਂ ਚੋਂ, ਕਲਮਾਂ ਦੀਆਂ ਨੋਕਾਂ ਚੋਂ। ਦੱਸ ਕਿਵੇਂ ਬਚਾਈਏ ਜਵਾਨੀ ਨੂੰ ਨਸ਼ਿਆਂ ਦੀਆਂ ਝੋਕਾਂ ਚੋਂ। ਉਹ ਦੱਸ ਕਿਵੇਂ ਬਚਾਈਏ ਜਵਾਨੀ ਨੂੰ ਨਸ਼ਿਆਂ ਦੀਆਂ ਝੋਕਾਂ ਚੋਂ। ਕਦ ਖੂਨ ਦਵਾਤੀ ਪੈ ਰੰਗੂ ਕਲਮਾਂ ਦੀਆਂ ਨੋਕਾਂ ਨੂੰ। ਕਿੰਨਾ ਪੱਲੇ ਪਾ ਗਿਆ ਭਗਤ ਸਿਆਂ ਓਏ ਹਿੰਦ ਦਿਆਂ ਲੋਕਾਂ ਨੂੰ। ਵਾਹ ਜੀ ਵਾਹ। ਧੰਨਵਾਦ ਜੀ, ਕੀ ਬਾਤ ਹੈ ਭਾਜੀ। ਇਹ ਮੇਣਾ ਤਾਂ ਭਾਜੀ ਮਾਰਨਾ ਚਾਹੀਦਾ। ਥੈਂਕ ਯੂ। ਇਹ ਮੇਣਾ ਮਾਰਨਾ ਤੇ ਬਣਦਾ, ਨਾਲੇ ਇਹਦੇ ਨਾਲ ਲੋਕਾਂ 'ਚ ਜਾਗਰਤੀ ਆਉਂਦੀ ਹੈ ਇਸ ਮੇਣੇ ਦੇ ਨਾਲ। ਬਾਕੀ ਸੌਰੀ ਮੈਂ ਤੁਹਾਡਾ ਬਹੁਤ ਟਾਈਮ ਲੈ ਲਿਆ। ਨਹੀਂ ਭਾਜੀ, ਸੌਰੀ ਵਾਲੀ ਗੱਲ ਨਹੀਂ। ਤੁਸੀਂ ਤਾਂ ਸਾਡੇ ਅੰਦਰ ਬੈਠਾ ਜਿਹੜਾ ਸੀਗਾ ਭਗਤ ਸਿੰਘ ਦਾ ਖੂਨ ਉਹ ਜਗਾਤਾ ਅੱਜ। ਬਹੁਤ ਵਧੀਆ ਤੁਹਾਡਾ ਸੀਗਾ ਜੀ। ਤੇ ਸਾਡੇ ਨਾਲ ਇੱਕ ਲਾਸਟ ਦੇ ਵਿੱਚ ਤੂਰ ਸਾਹਿਬ ਇੱਕ ਗਗਨਦੀਪ ਆ, ਉਹਨਾਂ ਨੇ ਫੇਸਬੁੱਕ ਚਰਚਾ ਦੇ ਮੈਸੇਜ ਦੇ ਵਿੱਚ ਇੱਕ ਕਵਿਤਾ ਲਿਖੀ ਆ, ਤੇ ਮੈਂ ਉਹ ਤੁਹਾਨੂੰ ਸੁਣਾ ਕੇ ਤਾਂ ਆਪਾਂ ਫਿਰ ਸਮਾਪਤੀ ਕਰਦੇ ਆ। ਇਰਸ਼ਾਦ ਆਪਣੇ ਨਾਲ ਖਾਲਿਦ ਹੁਸੈਨ ਜੀ ਜੁੜੇ, ਬਹੁਤ ਬਹੁਤ ਧੰਨਵਾਦ ਤੁਹਾਡਾ ਖਾਲਿਦ ਸਾਹਿਬ। ਅਸੀਂ ਅੱਜ ਤੁਹਾਡੇ ਬਾਰੇ ਸਾਨੂੰ ਜਾਣਿਆ ਸੀ, ਤੁਹਾਨੂੰ ਬਹੁਤ ਮਾਣ ਹੋਇਆ ਕਿ ਅਸੀਂ ਕਿਸੇ ਇਹੋ ਜਿਹੇ ਕਰੈਕਟਰ ਨੂੰ ਅੱਜ ਮਿਲੇ ਆ ਜਿਨ੍ਹਾਂ ਨੇ ਆਪਣੇ ਇੰਡੀਆ ਲਈ, ਆਪਣੇ ਵਰਗ ਲਈ ਜਾਂ ਦੂਜਿਆਂ ਵਰਗਾਂ ਲਈ ਬਹੁਤ ਕੁਝ ਕੀਤਾ। ਧੰਨਵਾਦ। ਅਸੀਂ ਆਪਣਾ ਮਾਣ ਅੱਜ ਮਹਿਸੂਸ ਕਰਦੇ ਜੀ ਤੁਹਾਨੂੰ ਦੇਖਣਾ ਤੇ ਸੁਣਨ ਦਾ। ਤੇ ਗਗਨਦੀਪ ਜੀ ਨੇ ਕਹਿੰਦੇ ਨੇ ਮੁੱਲ ਕਿਰਤ ਦਾ ਵੱਟ ਰਹੇ ਨੇ ਸਿਆਸੀ ਲੋਕ, ਦੇਣਾ ਇਹਨਾਂ ਨੂੰ ਜਵਾਬ ਹੈ। ਸਭ ਧਰਮਾਂ ਜਾਤਾਂ ਨੂੰ ਭੁੱਲ ਕੇ ਅੱਜ ਇਕੱਠਾ ਮੇਰਾ ਪੰਜਾਬ ਹੈ। ਪੰਜਾਬ ਹੀ ਨਹੀਂ ਹਰਿਆਣਾ ਵੀ ਨਾਲ ਹੈ। ਸਾਰੇ ਦੇਸ਼ 'ਚ ਹੁਣ ਬਲ ਪਈ ਮਿਸਾਲ ਹੈ। ਹੁਣ ਬਲ ਪਈ ਮਿਸਾਲ ਹੈ। ਜਿੱਤ ਤਾਂ ਹੋ ਗਈ ਜਿੱਤ ਤਾਂ ਹੋ ਗਈ ਜਦ ਲੋਕ ਜਾਗ ਪਏ। ਲੋਕਾਂ ਦੇ ਏਕੇ ਨੇ ਕੀਤਾ ਇਹ ਕਮਾਲ ਹੈ। ਬਹੁਤ ਵਧੀਆ ਲਿਖਿਆ ਗਗਨਦੀਪ ਭਾਜੀ, ਲਿਖਿਆ ਕਰੋ ਤੇ ਸਾਡੇ ਪ੍ਰੋਗਰਾਮ ਤੇ ਵੀ ਆਓ ਕਵੀ ਸੰਮੇਲਨ 'ਚ, ਤੇ ਤੁਸੀਂ ਸੋਹਣਾ ਲਿਖਦੇ ਆ। ਬਾਕੀ ਧੰਨਵਾਦ ਭਾਜੀ। ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਰਣਜੀਤ ਭਾਜੀ, ਤੂਰ ਸਾਹਿਬ ਤੁਹਾਡਾ ਵੀ ਅੱਜ ਬਹੁਤ ਬਹੁਤ ਧੰਨਵਾਦ। ਤੇ ਅਸੀਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਹਾਂ ਅੱਜ ਹੁਸੈਨ ਜੀ ਦਾ, ਖਾਲਿਦ ਹੁਸੈਨ ਜੀ ਦਾ, ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਤੇ ਅੱਜ ਖਾਲਿਦ ਜੀ ਅਸੀਂ ਦਿਲੋਂ ਧੰਨਵਾਦ ਕਰ ਰਹੇ ਹਾਂ ਤੁਹਾਡਾ ਚਰਚਾ ਪ੍ਰੋਗਰਾਮ ਵੱਲੋਂ, ਦਿਲੋਂ ਧੰਨਵਾਦ। ਖਾਲਿਦ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਅੱਜ, ਤੇ ਸਾਰੇ ਜੰਮੂ ਕਸ਼ਮੀਰ ਨੂੰ ਸਾਡਾ ਸਲਾਮ ਆਖਿਓ, ਪ੍ਰਦੇਸੀਆਂ ਦਾ ਸਲਾਮ ਆਖਿਓ। ਵਾਹ ਜੀ ਵਾਹ। ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡਾ। ਤੇ ਐਂਡ ਦੇ ਵਿੱਚ ਇੱਕ ਵੀਡੀਓ ਆ ਜੀ ਜਿਹੜੀ ਮੈਂ ਚਲਾ ਕੇ ਤਾਂ ਇਸ ਪ੍ਰੋਗਰਾਮ ਨੂੰ ਬੰਦ ਕਰ ਰਹੇ ਹਾਂ। ਸਾਡੇ ਜਿਹੜੇ ਮਨਮੋਹਨ ਗਰੇਵਾਲ ਜੀ ਨੇ ਇਹ ਥੋੜੀ ਜਿਹੀ ਵੀਡੀਓ ਬਣਾਈ ਸੀਗੀ ਇੱਕ ਪ੍ਰੋਗਰਾਮ ਦੇ ਉੱਤੇ, ਤੇ ਉਹਦੇ ਨਾਲ ਵੀ ਅਸੀਂ ਇਸ ਪ੍ਰੋਗਰਾਮ ਦੀ ਸਮਾਪਤੀ ਕਰ ਰਹੇ ਹਾਂ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੂਰ ਸਾਹਿਬ ਜੀ ਦਾ ਵੀ, ਤੇ ਰਣਜੀਤ ਗੱਲ ਜੀ ਦਾ, ਤੇ ਗਰੇਵਾਲ ਜੀ ਦਾ, ਹੁਸੈਨ ਜੀ ਦਾ ਵੀ। ਸੋ ਨਾਈਸ। ਥੈਂਕ ਯੂ ਅਮਰਜੀਤ ਭਾਈ। ਥੈਂਕ ਯੂ। ਅਮਰੀਕਾ ਦੀ ਧਰਤੀ ਤੋਂ ਮਾਂ ਬੋਲੀ ਨੂੰ ਯਾਦ ਕਰਦੇ ਹੋਏ, ਵਤਨਾਂ ਨੂੰ ਯਾਦ ਕਰਦੇ ਹੋਏ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਪੰਜਾਬੀਓ, ਆਪਾਂ ਸਾਰੀ ਉਮਰ ਜੈ ਜਵਾਨ ਤੇ ਜੈ ਕਿਸਾਨ ਦੇ ਨਾਅਰੇ ਲਾਉਂਦੇ ਰਹੇ। ਜਵਾਨ ਬਾਰਡਰਾਂ ਤੇ ਦੇਸ਼ ਦੀ ਖਾਤਰ ਸ਼ਹੀਦ ਹੁੰਦੇ ਰਹੇ, ਤੇ ਕਿਸਾਨ ਮਿੱਟੀ ਨਾਲ ਮਿੱਟੀ ਹੋ ਕੇ ਭਾਰਤ ਮਾਤਾ ਦਾ ਢਿੱਡ ਭਰਦੇ ਰਹੇ। ਪਰ ਕਾਸ਼ ਉਹ ਗਰੀਬੀ ਦੇ ਸਤਾਏ ਹੋਏ ਖੁਦਕਸ਼ੀਆਂ ਕਰਦੇ ਰਹੇ। ਇਸ ਸੁਨੇਹੇ ਨੂੰ ਲਾਮਬੰਦ ਕੀਤਾ ਹੈ ਮੇਰੇ ਛੋਟੇ ਵੀਰ ਦੇਵ ਰਾਏ ਤੇ ਪੌਲੀ ਧਨੋਲਾ ਜੀ ਨੇ ਸਰਕਾਰ ਪ੍ਰੋਡਕਸ਼ਨ ਦੇ ਅਧੀਨ ਇੱਕ ਡਾਕੂਮੈਂਟਰੀ ਵਿੱਚ ਇੱਕ ਦਸਤਾਵੇਜ਼ ਤਿਆਰ ਕੀਤੀ ਹੈ, ਬੱਲੀ ਅਤੇ ਬੰਦੂਕ। ਵੇਖਣਾ ਨਾ ਭੁੱਲਣਾ, ਵੱਧ ਤੋਂ ਵੱਧ ਪਿਆਰ ਦੇਣਾ।
ਸਭ ਨੂੰ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਤੇ ਐਂਡ 'ਚ ਨਾਰਾ ਲਾਵਾਂਗੇ ਜੀ, ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ ਇਨਕਲਾਬ ਜਿੰਦਾਬਾਦ।